ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਨਾ ਬੁਲਾਇਓ, ਲੇਟ ਹੋ ਗਏ ਆਪਾਂ ਕਥਾ ਚਾਲੂ ਕਰੀਏ। ਹਾਂਜੀ ਨਿਜਰ ਸਾਹਿਬ। ਆਸਾ ਦੀ ਵਾਰ ਜਿਹੜੀ ਆਪਾਂ ਲੈ ਰਹੇ ਹਾਂ ਉਹਦੀ ਦੂਸਰੀ ਪੌੜੀ, ਉਸ ਤੋਂ ਪਹਿਲਾਂ ਸ਼ਲੋਕ ਹੈਗੇ ਉਹ ਲੈਣ ਲੱਗੇ ਹਾਂ ਜੀ। 463 ਅੰਗ ਦੇ ਉੱਤੇ 463 ਪਹਿਲੀ ਪੌੜੀ ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਆਪਾਂ ਨੂੰ ਕਿ ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਦੀ ਸਾਜਨਾ ਆਪਣੇ ਆਪ ਤੋਂ ਕੀਤੀ ਆ। ਆਪ ਹੀ ਜਦ ਉਹਨੇ ਸਾਰੀ ਸ੍ਰਿਸ਼ਟੀ ਜਿਹੜੇ ਜੀਵ ਭੇਜੇ ਆ ਇਨਸਾਨ ਦੇ ਜਾਮੇ ਦੇ ਵਿੱਚ, ਉਹਨੇ ਮਾਲਕ ਨੇ ਨਾਮ ਦੀ ਚੀਜ਼ ਪਾਈ ਆ, ਗੁਪਤ ਰੱਖੀ ਹੋਈ ਆ। ਔਰ ਇਹ ਮਾਇਆ ਜੋ ਵਿਚਾਰ ਜੋ ਸੰਸਾਰ ਪਾਇਆ, ਇਹਦਾ ਧਿਆਨ ਜੇ ਆਪਾਂ ਇਸ ਤੋਂ ਧਿਆਨ ਹਟਾ ਲਵਾਂਗੇ ਤੇ ਉਸ ਨਾਮ ਦੇ ਵਾਸਤੇ ਜਿਹੜੀ ਹੈ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ। ਤੇ ਉਹ ਨਾਮ ਦੇ ਨਾਲ ਫਿਰ ਜਿਹੜਾ ਹੈਗਾ ਇਸ ਖੇਡ ਤੋਂ ਜੋ ਮਾਲਕ ਖੇਡ ਰਿਹਾ ਹੈ, ਦੋਨੋਂ ਪਾਸੇ ਮਾਲਕ ਹੈਗਾ। ਮਾਇਆ ਮਾਲਕ ਨੇ ਪਾਈ ਹੈ, ਪਰਪਸਲੀ ਪਾਈ ਹੋਈ ਹੈ। ਔਰ ਇੱਧਰ ਜਿਹੜਾ ਹੈਗਾ ਨਿਕਲਣ ਦੇ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਮਾਲਕ ਪਰਮਾਤਮਾ ਗਿਆਨ ਦੇ ਰਿਹਾ ਹੈ ਭਾਈ। ਤੇ ਇਹ ਜਿਹੜੀ ਕੁਦਰਤ ਆ ਦੂਸਰੀ ਸ੍ਰਿਸ਼ਟੀ ਬਣਾਈ ਆ, ਉਸ ਮਾਲਕ ਨੇ ਬਣਾਈ ਆ। ਆਪ ਇਸ ਖੇਡ ਨੂੰ ਦੇਖ ਰਿਹਾ ਆ, ਆਪ ਖੇਡ ਉਹਦੇ ਅੰਦਰ ਹੀ ਹੈਗੀ ਆ ਔਰ ਖੇਡ ਦੇ ਵਿੱਚ ਹੈਗਾ ਮਾਲਕ ਪਰਮਾਤਮਾ। ਪਰ ਖੇਲ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਡਿਸਟਰਬੈਂਸ ਨਹੀਂ ਕਰਦਾ ਭਾਈ। ਫੇਅਰ ਗੇਮ ਹੈਗੀ ਆ ਪੂਰੀ ਦੀ ਪੂਰੀ, ਜਿਹੜੀ ਹੈਗੀ ਆ ਸਾਰਿਆਂ ਦੇ ਵਾਸਤੇ ਉਹੀ ਨਿਯਮ ਹੈਗੇ, ਸਾਰਿਆਂ ਦੇ ਵਾਸਤੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਹੈਗਾ ਭਾਈ। ਔਰ ਮਾਲਕ ਨੇ ਜਾਨ ਜਿੰਦ ਦਿੰਦਾ ਹੈ, ਸਰੀਰ ਦਿੰਦਾ ਹੈ, ਆਤਮਾ ਔਰ ਸਰੀਰ ਦਾ ਸਾਥ ਕਰਾਉਂਦਾ ਹੈ, ਫਿਰ ਲੈ ਲੈਂਦਾ ਹੈ। ਉਹ ਸਫੀਸ਼ੀਐਂਟ ਟਾਈਮ ਹੁੰਦਾ ਹੈ ਇਸ ਗੇਮ ਨੂੰ ਜਿੱਤਣ ਦੇ ਵਾਸਤੇ, ਪੂਰਾ ਸਮਾਂ ਦਿੰਦਾ ਹੈ ਮਾਲਕ ਪਰਮਾਤਮਾ। ਬਈ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਕਹਿੰਦੇ ਮਾਇਆ ਨੂੰ ਭੋਗਦੇ ਹੋਏ ਸੰਸਾਰ ਦੇ ਵਿੱਚ, ਸੰਸਾਰ ਦੇ ਰਸ ਜਿਹੜੇ ਹੈਗੇ, ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਇਹਨਾਂ ਨੂੰ ਜ਼ਰੂਰਤ ਦੇ ਅਨੁਸਾਰ ਲੈਂਦੇ ਹੋਏ ਤੂੰ ਜਿਹੜਾ ਹੈਗਾ ਬੰਦਗੀ ਆਪਣੇ ਪਰਮਾਤਮਾ ਦਾ ਧਿਆਨ ਆਪਣੇ ਜੀਵਨ 'ਚ ਲੈ ਕੇ ਆਏਗਾ ਪਰਮਾਤਮਾ ਨੂੰ, ਤੇ ਨਿਕਲ ਸਕਦਾ ਹੈ। ਬਸ ਆਹੀ ਖੇਡ ਹੈਗੀ। ਇਸ ਖੇਡ ਨੂੰ ਮਾਲਕ ਦੇਖ ਰਿਹਾ। ਕਰ ਆਸਣ ਡਿੱਠੋ ਚਾਓ, ਪੂਰੇ ਚਾਅ ਦੇ ਨਾਲ ਮਾਲਕ ਦੇਖ ਰਿਹਾ ਗੇਮ ਨੂੰ ਔਰ ਚਲਾ ਰਿਹਾ ਗੇਮ ਨੂੰ, ਗੋਟੀਆਂ ਨੂੰ ਚਲਾ ਰਿਹਾ। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਦੂਸਰਾ ਪੌੜੀ ਦੇ ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਕਹਿੰਦੇ ਜਿਹੜੇ ਖੰਡ ਬਣਾਏ ਆ ਮਾਲਕ ਪਰਮਾਤਮਾ ਨੇ, ਟੁਕੜੇ ਜਿਹੜੇ ਹੈਗੇ, ਇਹ ਪਲੈਨਟਸ ਜਿਹੜੇ ਹੈਗੇ ਔਰ ਬ੍ਰਹਮੰਡ ਜਿਹੜੇ ਸੋਲਾਰ ਸਿਸਟਮ ਹੈ, ਪਤਾ ਨਹੀਂ ਕਿੰਨੇ ਕੁ ਸੋਲਾਰ ਸਿਸਟਮ ਹੈਗੇ, ਕਿੰਨੇ ਕੁ ਸੂਰਜ ਹੈ, ਕਿੰਨੀਆਂ ਕੁ ਧਰਤੀਆਂ ਆ ਗਈ, ਕਿੰਨੇ ਕੁ, ਇਹ ਸਾਰੇ ਦੇ ਸਾਰੇ ਅੰਤ ਹੀ ਕੋਈ ਨਹੀਂ ਹੈ ਭਾਈ। ਸੱਚੇ ਤੇਰੇ ਲੋ ਸੱਚੇ ਆਕਾਰ, ਔਰ ਪਤਾ ਨਹੀਂ ਕਿੰਨੇ ਕੁ ਲੋਕ ਹੈਗੇ ਮਾਲਕ ਪਰਮਾਤਮਾ ਦੇ। 14 ਲੋਕ ਤਾਂ ਮਹਾਰਾਜ ਦੀ 10ਵੀਂ ਪਾਤਸ਼ਾਹੀ ਦੀ ਬਾਣੀ 'ਚ ਆਉਂਦਾ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੇ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ। ਕਹਿੰਦੇ ਪਰਮੇਸ਼ਰ ਦੀ ਬੰਦਗੀ ਤੋਂ ਬਗੈਰ ਨਹੀਂ ਬਚ ਸਕਦਾ ਭਾਈ। 14 ਲੋਕਾਂ ਦਾ ਮਾਲਕ ਉਹੀ ਮਾਲਕ ਪਰਮਾਤਮਾ ਹੈਗਾ, ਉਸ 'ਚੋਂ ਕਿੱਧਰ ਜਾਏਗਾ ਦੱਸ। ਸੱਚੇ ਤੇਰੇ ਲੋ ਸੱਚੇ ਆਕਾਰ, ਇਹ ਆਕਾਰ ਸਾਰੇ ਮਾਲਕ ਨੇ ਬਣਾਇਆ, ਉਹਦੀ ਸ਼ਕਤੀ ਹੈਗੀ, ਉਹਦੀ ਪਾਵਰ ਹੈ, ਉਹ ਮੈਟਰ ਉਹਦੇ ਵਿੱਚੋਂ ਆਇਆ ਆ। ਇਹ ਸੱਚੇ ਹੈਗੇ। ਸੱਚੇ ਤੇਰੇ ਕਰਨੇ, ਕਿਉਂਕਿ ਮਾਲਕ ਨੇ ਉਹ ਸੱਚੇ ਨੇ ਬਣਾਏ ਆ ਭਾਈ, ਉਹਦੀ ਖੇਡ ਹੈਗੀ ਆ। ਜਦ ਤੱਕ ਉਹਦਾ ਮਰਜ਼ੀ ਹੈ ਤਦ ਤੱਕ ਰਹਿਣਗੇ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਔਰ ਮਾਲਕ ਪਰਮਾਤਮਾ ਦਾ ਜੋ ਕਰ ਰਿਹਾ ਆ ਮਾਲਕ ਪਰਮਾਤਮਾ, ਜੋ ਉਹ ਸਾਰਾ ਦਾ ਸਾਰਾ ਸੱਚਾ ਹੈਗਾ ਭਾਈ। ਔਰ ਉਸ ਮਾਲਕ ਪਰਮਾਤਮਾ ਦੀ ਵਿਚਾਰ ਜਿਹੜੀ ਹੈਗੀ ਉਹ ਵੀ ਸੱਚੀ ਹੈਗੀ ਆ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਮਾਲਕ ਦਾ ਹੁਕਮ ਸੱਚਾ ਹੈਗਾ ਭਾਈ, ਉਹਨੂੰ ਕੋਈ ਮੋੜ ਨਹੀਂ ਸਕਦਾ। ਉਸੇ ਹੁਕਮ ਦੇ ਅਨੁਸਾਰ ਹੀ ਜਿਹੜਾ ਹੈਗਾ ਸ੍ਰਿਸ਼ਟੀ ਜਿਹੜੀ ਹੈਗੀ ਚੱਲਦੀ ਹੈ। ਸੱਚਾ ਦੀਵਾਨ, ਮਾਲਕ ਦਾ ਦੀਵਾਨ, ਮਾਲਕ ਦੀ ਕਚਹਿਰੀ ਜਿਹੜੀ ਹੈਗੀ ਉਹ ਸੱਚੀ ਹੈਗੀ, ਹਮੇਸ਼ਾ ਰਹਿਣ ਵਾਲੀ ਹੈ। ਸੱਚਾ ਦਾ ਮਤਲਬ ਸੱਚਾ ਕੀ ਹੁੰਦਾ? ਜਿਹੜੀ ਚੀਜ਼ ਹਮੇਸ਼ਾ ਰਹਿਣ ਵਾਲੀ ਹੁੰਦੀ ਹੈ। ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਤੇਰਾ ਹੁਕਮ ਵੀ ਸੱਚਾ ਹੈਗਾ, ਤੇਰਾ ਆਰਡਰ ਵੀ ਸੱਚਾ ਹੈਗਾ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਤੇਰੀ ਬਖਸ਼ਿਸ਼ ਸੱਚੀ ਹੈਗੀ ਆ।
ਸੱਚਾ ਹੈਗਾ ਜਿਹੜਾ ਹੈਗਾ ਇਹ ਧਿਆਨ ਸਿਮਰਨ ਦੇ ਦੁਆਰਾ ਜਿਹੜਾ ਹੈਗਾ ਜਿਹੜਾ ਨਿਸ਼ਾਨ ਜਿਸ ਦੇ ਨਾਲ ਕਿ ਪਰਖ ਕੇ ਤੂੰ ਜਿਹੜਾ ਹੈਗਾ ਜੀਵ ਨੂੰ ਆਪਣੇ ਨਾਲ ਮਿਲਾ ਲੈਣਾ ਹੈ। ਸੱਚੇ ਤੁਧ ਆਖੈ ਲੱਖ ਕਰੋੜ, ਕਹਿੰਦੇ ਉਹ ਵੀ ਸੱਚੇ ਆ ਭਾਈ, ਲੱਖ ਕਰੋੜ ਜਿਹੜੇ ਵੀ ਉਸ ਮਾਲਕ ਪਰਮਾਤਮਾ ਨੂੰ ਉਸ ਸੱਚੇ ਨੂੰ ਆਖਦੇ ਆ, ਉਹਦੀ ਬੰਦਗੀ ਕਰਦੇ ਆ। ਸੱਚੇ ਸਭੇ ਤਾਣ ਸੱਚੇ ਸਭੇ ਜੋਰ, ਸਾਰਾ ਤਾਣ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦਾ ਹੈਗਾ, ਉਸੇ ਦੇ ਤਾਣ ਦੇ ਨਾਲ ਜਿਹੜਾ ਹੈਗਾ ਇਹ ਸਾਰੇ ਖੰਡ ਬ੍ਰਹਮੰਡ ਜਿਹੜੇ ਹੈਗੇ। ਇਹ ਖੁਸ਼ਮਨਦੀਪ ਜੀ ਤੁਸੀਂ ਕੈਮਰਾ ਨਾ ਬਾਰ-ਬਾਰ ਔਨ ਕਰੋ, ਬੱਚੇ ਜਿਹੜੇ ਹੈਗੇ ਤੁਹਾਡੇ ਸੱਚੇ ਸਭੇ ਤਾਣ ਸੱਚੇ ਸਭੇ ਜੋਰ। ਉਹ ਮਾਲਕ ਪਰਮਾਤਮਾ ਸਾਰੇ ਉਸ ਮਾਲਕ ਪਰਮਾਤਮਾ ਦੇ ਤਾਣ ਦੇ ਨਾਲ, ਉਸ ਦੇ ਜੋਰ ਦੇ ਨਾਲ ਜਿਹੜੀ ਹੈਗੀ ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ, ਉਹ ਦੇਖੋ ਜਿਸ ਤਰ੍ਹਾਂ ਉਹਨੇ ਮਾਲਕ ਨੇ ਆਪਣੇ ਉਹਨੂੰ ਹੁਕਮ ਕਰਦਾ ਉਸ ਤਰ੍ਹਾਂ ਹੀ ਸ੍ਰਿਸ਼ਟੀ ਚੱਲਦੀ ਆ, ਉਸ ਤਰ੍ਹਾਂ ਹੀ ਰਹਿੰਦੀ ਆ। ਧਰਤੀ ਨੂੰ ਜਿਸ ਤਰ੍ਹਾਂ ਜਿਹੜਾ ਹੈਗਾ ਐਂਗਲ ਦੇ ਉੱਤੇ ਉਹਨੇ ਰੱਖਿਆ ਹੋਇਆ, ਉਸੇ ਐਂਗਲ ਦੇ ਇਨਕਲਾਈਨਡ ਜਿਹੜੀ ਆ ਧਰਤੀ, ਡਬਲ ਰੋਟੇਸ਼ਨ ਜਿਹੜਾ ਹੈਗਾ ਆਪਣੇ ਧੁਰੇ 'ਤੇ ਵੀ ਘੁੰਮਦੀ ਆ ਔਰ ਧਰਤੀ ਸੂਰਜ ਦੇ ਦੁਆਲੇ ਵੀ ਘੁੰਮਦੀ ਹੈ। ਸੱਚੇ ਸਭੇ ਤਾਣ ਸੱਚੇ ਸਭੇ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਤੇਰੀ ਸਿਫਤ ਸਲਾਹ ਵੀ ਸੱਚੀ ਹੈ ਭਾਈ, ਜਿਹਦੇ ਨਾਲ ਕਿ ਇਹ ਗੇਮ ਚੋਂ ਬਾਹਰ ਇਹ ਖੇਡ ਨੂੰ ਜਿੱਤਿਆ ਜਾ ਸਕਦਾ ਹੈ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਉਹ ਮਾਲਕ ਪਰਮਾਤਮਾ ਸੱਚਾ ਹੈਗਾ, ਇਸ ਕਰਕੇ ਇਹ ਉਹਦੀ ਕੁਦਰਤ ਵੀ ਸੱਚੀ ਹੈ, ਜਿਸ ਜਿਹੜੀ ਕੁਦਰਤ ਉਹਨੇ ਸਾਜੀ ਹੈ ਔਰ ਜਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਇਸ ਖੇਡ ਨੂੰ ਉਹ ਮਾਲਕ ਪਰਮਾਤਮਾ ਦੇਖ ਰਿਹਾ ਆ, ਉਹ ਹੈਗਾ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈਗਾ, ਪਾਤਸ਼ਾਹ ਹੈਗਾ। ਨਾਨਕ ਸੱਚ ਧਿਆਨ ਸੱਚ, ਜਿਹੜੇ ਵੀ ਸੱਚ ਨੂੰ ਧਿਆਉਂਦੇ ਆ ਉਹ ਜਿਹੜੇ ਹੈਗੇ ਇਸ ਮਾਇਆ ਤੋਂ ਇਸ ਰਚਨਾ ਤੋਂ ਨਿਕਲ ਕੇ ਉਹ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਦੇਖ ਲੈਂਦੇ ਆ, ਬੁੱਝ ਲੈਂਦੇ ਆ। ਨਾਨਕ ਸੱਚ ਧਿਆਨ ਸੱਚ, ਉਹ ਸੱਚ ਹੋ ਜਾਂਦੇ ਆ, ਉਹ ਨਿਕਲ ਜਾਂਦੇ ਇਸ ਭਰਮ ਤੋਂ, ਇਸ ਮਾਇਆ ਤੋਂ। ਤੇ ਬਾਕੀ ਜਿਹੜੇ ਹੈਗੇ ਨਹੀਂ ਭਗਤੀ ਕਰਦੇ, ਨਹੀਂ ਸੱਚ ਨੂੰ ਜਿਹੜੇ ਹੈਗੇ ਸੱਚ ਦੇ ਨਾਲ ਜੁੜਦੇ, ਤੇ ਉਹਨਾਂ ਦਾ ਕੀ ਹੁੰਦਾ ਹੈ, ਜੋ ਮਰ ਜੰਮੇ ਸੋ ਕੱਚ ਨਹੀਂ ਕੱਚ, ਕਹਿੰਦੇ ਉਹ ਮਰ ਕੇ ਜੰਮਦੇ ਰਹਿੰਦੇ ਆ ਤੇ ਉਹ ਕੱਚੇ ਹੀ ਰਹਿੰਦੇ ਆ ਭਾਈ। ਜਿਹੜੀਆਂ ਗੋਟੀਆਂ ਜਿਹੜੀਆਂ ਹੈਗੀਆਂ ਦੇਖੋ ਘਰ ਦੇ ਵਿੱਚ ਆ ਜਾਂਦੀਆਂ ਆ, ਉਹਨਾਂ ਨੂੰ ਮਾਰ ਨਹੀਂ ਸਕਦੇ, ਉਹ ਕ੍ਰਾਸ ਦੇ ਵਿੱਚ, ਤੇ ਬਾਕੀ ਜਿਹੜੀਆਂ ਘੁੰਮਦੀਆਂ ਉਹ ਮਰਦੀਆਂ ਰਹਿੰਦੀਆਂ, ਫਿਰ ਜਿਹੜੀਆਂ ਹੈਗੀਆਂ ਫਿਰ ਚੱਲਦੀਆਂ, ਫਿਰ ਮਰਦੀਆਂ। ਇਸ ਤਰੀਕੇ ਦੇ ਨਾਲ ਜਿਵੇਂ ਇਹ ਖੇਡ ਚੱਲਦੀ ਹੈ ਸ਼ਤਰੰਜ ਦੀ, ਉਸ ਤਰ੍ਹਾਂ ਹੀ ਇਹ ਜਿਹੜੀ ਹੈਗੀ ਚੌਪੜ ਵਿਛੀ ਹੋਈ ਆ ਔਰ ਜੀਵ ਜਿਹੜੇ ਹੈਗੇ ਗਤੀ ਕਰੀ ਜਾ ਰਹੇ ਆ, ਕੋਈ ਆਈ ਜਾ ਰਹੇ, ਕੋਈ ਜਾਈ ਜਾ ਰਹੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਦੇਖੋ ਇੱਥੇ ਸਾਰੇ ਸ਼ਲੋਕ ਦੇ ਵਿੱਚ ਨਾ ਉਹਨਾਂ ਨੇ ਸਾਨੂੰ ਇਹ ਸਮਝਾਇਆ ਕਿ ਜਿਹੜਾ ਸੱਚ ਆ, ਸਭ ਤੋਂ ਪਹਿਲਾਂ ਤੇ ਉਹ ਕਹਿ ਰਹੇ ਨੇ ਕਿ ਸੱਚਾ ਤੇਰਾ ਖੰਡ ਆ ਤੇ ਬ੍ਰਹਮੰਡ ਆ। ਖੰਡ ਦਾ ਮਤਲਬ ਹੁੰਦਾ ਟੁਕੜੇ ਤੇ ਬ੍ਰਹਮੰਡ ਦਾ ਹੁੰਦਾ ਸਾਰਾ ਸ੍ਰਿਸ਼ਟੀ, ਹਨਾ। ਉਹ ਕਹਿੰਦੇ ਸੱਚਾ ਵਾ, ਸੱਚੇ ਦਾ ਮਤਲਬ ਇਹ ਹੈ ਕਿ ਜੋ ਵੀ ਬਣਿਆ ਹੈ ਇਹਦੇ ਵਿੱਚ ਗਲਤੀ ਨਹੀਂ ਹੈਗੀ, ਬਿਲਕੁਲ ਹੀ ਉਹ 101% ਉਹ ਜੋ ਉਹਦਾ ਰੂਪ ਹੋਣਾ ਚਾਹੀਦਾ ਸੀ, ਜਿੱਦਾਂ ਉਹਦੀ ਬਣਾਵਟ ਹੋਣੀ ਚਾਹੀਦੀ ਸੀ, ਉਹਨੇ ਬਣਾਇਆ। ਬੜਾ ਮੈਂ ਹੈਰਾਨ ਹੁੰਦਾ, ਇੱਥੇ ਨਾ ਮੈਂ ਅੱਜ ਬਾਹਰ ਗਿਆ ਤੇ ਇੱਥੇ ਨਾ ਇੱਕ ਪਹਾੜੀ ਕਾਂ ਵੇਖਿਆ। ਇਹ ਕਾਂ ਅੱਜ ਤੋਂ ਮੈਂ 25 ਸਾਲ ਪਹਿਲਾਂ 26 ਸਾਲ ਪਹਿਲਾਂ ਮੈਂ ਆਪਣੇ ਨਾਨਕੇ ਵੇਖਿਆ। ਉੱਥੇ ਗਿਆ ਸੀ ਤੇ ਉਹ ਬੱਸ ਬੁੱਸ ਚ ਪਤਾ ਨੀ ਟਰੱਕ ਟਰੁੱਕ ਚ ਵੜ ਕੇ ਚੱਲ ਗਿਆ ਹੋਣਾ, ਉਹਦੇ ਦੇਸੀ ਕਾਂ ਹੀ ਇਹਦੇ ਪਿੱਛੇ ਪੈ ਗਏ। ਵੀ ਨਿੱਜਰ ਸਾਹਿਬ ਅਸਲ ਚ ਇੱਥੋਂ ਦੇ ਕਲਾਈਮੇਟ ਲਈ ਇਹ ਕਾਂ ਵੱਖਰੇ ਬਣਾਏ ਹੋਏ ਨੇ। ਬਿਲਕੁਲ, ਇਹਨਾਂ ਦੇ ਨਾ ਜਿਹੜਾ ਕਾਲੇ ਹੀ ਹੁੰਦੇ ਆ, ਟੋਟਲ ਪੂਰਾ ਕਾਲਾ ਹੁੰਦਾ ਉਹ। ਬਹੁਤ ਜੈਟ ਬਲੈਕ ਤੇ ਨਿੱਜਰ ਸਾਹਿਬ ਥੋੜਾ ਸਾਈਜ਼ ਚ ਵੀ ਵੱਡਾ ਹੁੰਦਾ, ਬਿਲਕੁਲ ਵੱਡਾ ਹੁੰਦਾ। ਹਾਂ, ਬੜੇ ਮੈਂ ਹੈਰਾਨ ਆ। ਇੱਥੇ ਜਿੰਨੇ ਵੀ ਰੁੱਖ ਉੱਗੇ ਨਾ, ਆਪ ਸਾਧ ਸੰਗਤ ਜੀ ਪਲੀਜ਼ ਦੇਖੋ, ਪ੍ਰੋਪਰਲੀ ਜਿੱਦਾਂ ਡਿਜ਼ਾਈਨ ਲਾਏ ਨਹੀਂ ਹੁੰਦੇ ਟਰੀ, ਉਦਾਂ ਉੱਗੇ ਆ। ਇਹ ਜਿਹੜੇ ਤੁਸੀਂ ਪਹਾੜੀ ਕਾਂ ਦੇਖੇ ਨਾ ਗੁਰਕੀ ਸਾਹਿਬ, ਇੱਥੇ ਕੈਨੇਡਾ ਵਗੈਰਾ ਚ ਇੱਥੇ ਵੀ ਇਹੀ ਕਾਂ ਹੁੰਦੇ ਆ। ਅੱਛਾ, ਉਹ ਵੀ ਵੱਡੇ ਹੀ ਹੈ। ਹਾਂ, ਵੱਡੇ ਹੀ ਹੈ। ਹਾਂਜੀ, ਹਾਂ, ਜਿੱਦਾਂ ਦਾ ਮੌਸਮ ਹੈ ਉਦਾਂ ਤੇ ਉਹ ਚੀਜ਼ ਬਣਾਈ ਆ। ਉਹ
ਮੈਂ ਆਪਣੇ ਵੀ ਨਾ ਅਸੀਂ ਆਪਣੇ ਉੱਥੇ ਪੰਜਾਬ ਦੇ ਵਿੱਚ ਵੇਖੀ ਦੇ ਨਾ ਟੱਪਰਵਾਸੀ ਲੋਕ, ਉਹ ਲੋਕ ਵੀ ਇੱਥੇ ਵੇਖੇ ਆ ਜਿੱਥੇ ਵੱਖਰੇ ਨੇ, ਪਰ ਹੈ ਵੀ ਪਤਾ ਦੇ ਹੀ ਆ। ਇਹ ਲੋਕ ਨਿਜਰ ਸਾਹਿਬ ਜਿਪਸੀ, ਇਹ ਇੰਗਲੈਂਡ 'ਚ ਵੀ ਹੈਗੇ ਨੇ, ਉਹ ਵੀ ਲੋਕ ਟੱਪਰਵਾਸੀ ਨੇ, ਘਰ ਘੁਰ ਉਹਨਾਂ ਦਾ ਪੱਕਾ ਕੋਈ ਨਹੀਂ ਫਿਕਸ, ਇੱਧਰ ਉੱਧਰ ਤੁਰੇ ਫਿਰਦੇ ਨੇ। ਮਤਲਬ ਇਹ ਨਸਲਾਂ ਨੇ, ਇਹ ਕੁਦਰਤੀ ਤੌਰ ਤੇ ਕਈ ਕਿਸਮ ਦੇ ਲੋਕ ਬਣਾਏ ਨੇ ਰੱਬ ਨੇ। ਮੈਂ ਹੈਰਾਨ ਹੁੰਦਾ ਕਿੱਦਾਂ ਦਾ ਅਰੇਂਜਮੈਂਟ ਆ। ਇਹ ਪ੍ਰਮਾਤਮਾ ਨੇ ਜੋ ਵੀ ਮੰਡ ਬਣਾਏ ਨੇ, ਬ੍ਰਹਿਮੰਡ ਬਣਾਏ ਨੇ, ਦੇਖੋ ਬੜੀ ਹਾਈਲੀ ਬਹੁਤ ਜ਼ਬਰਦਸਤ ਬੁੱਧੀ ਦਾ ਇਸਤੇਮਾਲ ਕੀਤਾ ਗਿਆ। ਇਹ ਲੋਕ ਜਿਹੜੇ ਗੋਰਖੀ ਸਾਹਿਬ ਦੇਖੋ ਟੱਪਰਵਾਸੀ ਹੈਗੇ ਨਾ, ਇਹ ਤਾਂ ਜੇ ਭਗਤੀ ਕਰਨ ਤੇ ਬੜੀ ਜਲਦੀ ਨਿਕਲ ਸਕਦੇ ਆ, ਇਹਨਾਂ ਦੀ ਮਾਇਆ ਦੀ ਪਕੜ ਹੈ ਨੀ ਗੀ। ਹਾਂ, ਉਹਨਾਂ ਨੇ ਉਹ ਮਸਲਾ ਹੀ ਕੋਈ ਨਹੀਂ, ਨਜਰ ਸਾਹਿਬ ਬਹੁਤੀ ਗ੍ਰਿਪ ਹੀ ਨਹੀਂ ਹੈਗੀ। ਹਾਂ, ਬੜੇ ਸਿੰਪਲ ਲੋਕ, ਬੜੇ ਸਿੰਪਲ ਬੋਲੇ ਤੇ ਇੰਨੇ ਸਿੰਪਲ, ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਇੰਨੇ ਸਿੰਪਲ ਹੈ, ਬਹੁਤ ਸਿੰਪਲ। ਇੰਨੇ ਟੂਰਿਸਟ ਇੱਥੇ ਨੇ ਤੇ ਵਿਚਾਰੇ ਛੱਲੀਆਂ ਵੇਚੀ ਜਾਂਦੇ ਨੇ। ਉੱਥੇ ਹੋਰ ਵੀ ਕੰਮ ਖੋਲ ਸਕਦੇ ਆ। ਕਿਤੇ ਕਿੰਨੇ ਕਿਦਾ ਸਿਲੰਡਰ ਆ, 1000 ਰੁਪਏ ਦਾ ਸਿਲੰਡਰ ਹੈ। ਲੋਕਾਂ ਕੋਲ ਦੁਕਾਨਾਂ ਨੇ, ਬਾਕੀ ਬਸ ਵਿਚਾਰੇ ਉਹ ਛੱਲੀਆਂ ਵੇਚਦੇ ਨੇ। ਮੱਝਾਂ ਰੱਖੀਆਂ ਨੇ, ਥੋੜੀਆਂ ਬਹੁਤੀਆਂ ਗਾਵਾਂ ਨੇ ਜਾਂ ਭੇਡਾਂ ਭੂਡਾਂ, ਤੇ ਉੱਥੇ ਪਲਾਸਟਿਕ ਦੇ ਨਿਜਰ ਸਾਹਿਬ ਵੈਰੀ ਵੈਰੀ ਲਿਮਟਡ ਫੈਸਿਲਿਟੀ। ਮੈਨੂੰ ਨਹੀਂ ਲੱਗਦਾ ਕਿਸੇ ਕੋਲ ਮੋਬਾਈਲ ਹੋਣਾ ਉਹਨਾਂ ਲੋਕਾਂ ਕੋਲ, ਔਰ ਉਹ ਉਹਦੇ ਅੰਦਰ ਰਹਿ ਰਹੇ ਨੇ। ਉਹ ਟੈਂਟ ਕਹਿ ਲਓ ਨਿਜਰ ਸਾਹਿਬ, ਟੈਂਟ ਮਕਾਨ ਵੀ ਨਹੀਂ ਹੈਗੇ ਉਹ, ਕਿਉਂਕਿ ਗੌਰਮੈਂਟ ਪ੍ਰਾਪਰਟੀ ਨੇ ਤੇ ਮਕਾਨ ਬਣਾਉਣਾ ਅਲਾਉ ਨਹੀਂ ਹੋਣਾ ਮੇਰੇ ਸਾਹ। ਇਹ ਫੋਰੈਸਟ ਦਾ ਮੈਟਰ ਹੈਗਾ। ਤੇ ਉੱਥੇ ਭੇਡਾਂ ਭੂਡਾਂ ਰੱਖੀਆਂ ਨੇ, ਬੱਕਰੀਆਂ ਰੱਖੀਆਂ ਨੇ, ਮੱਝਾਂ ਗਾਵਾਂ ਰੱਖੀਆਂ ਨੇ। ਇਹ ਤਾਂ ਉਹਨਾਂ ਦਾ ਜੀਵਨ ਚੱਲ ਰਿਹਾ। ਇਹ ਦੇਖੋ ਇਹਨਾਂ ਦਾ ਨਸੀਬ ਹੈ, ਇਹਨਾਂ ਦੀ ਜ਼ਿੰਦਗੀ ਹੈ ਨਿਜਰ ਸਾਹਿਬ। ਐਸੇ ਸਾਡੇ ਤੋਂ ਘੱਟ ਥੋੜੀ ਹੈਗੇ ਨੇ ਉਹ। ਗੌਰਮੈਂਟ ਨੇ ਇੱਥੇ ਸਕੂਲ ਸਕਾਲ ਵੀ ਬਣਾਇਆ। ਮੈਂ ਵੇਖਿਆ ਇੱਕ ਸਕੂਲ ਵੇਖਿਆ, ਉੱਥੇ ਬੱਚੇ ਪੜ੍ਹਾਉਣ ਦੇ ਲਈ ਕਿ ਇਹ ਜਿਹੜੇ ਲੋਕ ਬਹੁਤੇ ਉੱਪਰ ਰਹਿੰਦੇ ਨੇ, ਇਹਨਾਂ ਦੀ ਮਤਲਬ ਇਹਨਾਂ ਬੱਚੇ ਨੂੰ ਐਜੂਕੇਸ਼ਨ ਦਿੱਤੀ ਜਾਵੇ। ਠੀਕ ਹੈ ਜੀ। ਇਹ ਜੀ ਪ੍ਰਮਾਤਮਾ ਨੇ ਜੋ ਕੀਤਾ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੀਤਾ, ਕੋਈ ਕਮੀ ਨਹੀਂ ਹੈਗੀ। ਫਿਰ ਅਗਲੇ ਬੰਨੇ ਦੇਖੋ ਕਹਿ ਰਹੇ ਨੇ ਸੱਚੇ ਤੇਰੇ ਲੋ ਸੱਚੇ ਆਕਾਰ। ਆਕਾਰ ਵੇਖ ਲੋ, ਅਣਗਿਣਤ ਕਿਸਮ ਦੇ ਆਕਾਰ ਨੇ। ਔਰ ਉਸ ਸ਼ਕਤੀ ਨੇ ਉੱਥੇ ਜੋ ਚੀਜ਼ ਦਾ ਡਿਜ਼ਾਈਨ ਕੀਤਾ ਹੈ, ਉਹਦਾ ਜੋ ਬਣਾਵਟ ਬਣਾਈ ਆ, ਉਹਦੇ ਚ ਕੋਈ ਕਮੀ ਨਹੀਂ, ਬਿਲਕੁਲ ਕਮੀ ਨਹੀਂ ਹੈਗੀ। ਜੇ ਇੱਥੋਂ ਦੇ ਰੁੱਖ ਹੈਗੇ ਨੇ ਜਸ ਸਾਹਿਬ, ਤੇ ਇੱਥੇ ਸਰਵਾਈਵ ਕਰਨ ਦੇ ਲਈ ਸਫੀਸ਼ੀਐਂਟ ਹੈਗੇ ਨੇ। ਉਹ ਬਿਲਕੁਲ ਸਫੀਸ਼ੀਐਂਟ ਹੈਗੇ। ਉਹਨਾਂ ਦੇ ਪੱਤੇ ਹੀ ਹੋਰ ਟਾਈਪ ਦੇ ਹੁੰਦੇ ਆ। ਉਹ ਜਲਦੀ ਜਿਹੜੇ ਹੈਗੇ ਨਾ, ਉਹਨਾਂ ਨੂੰ ਧੁੱਪ ਪੈ ਜਾਂ ਜੋ ਮਰਜ਼ੀ ਹੈ, ਜਾਂ ਜਲਦੀ ਉਹ ਮਰਦੇ ਨਹੀਂ ਆ। ਪੱਤੇ ਬਹੁਤ ਜ਼ਬਰਦਸਤ ਹੁੰਦੇ ਉਹਨਾਂ ਦੇ ਉਹ ਰੁੱਖ। ਉਹ ਕਲਾਈਮੇਟ ਲਈ ਬਿਲਕੁਲ ਡਿਜ਼ਾਈਨ ਕੀਤੇ ਹੋਏ ਨੇ ਜੀ ਸਾਹਿਬ। ਦੇ ਆਰ ਨਾਟ ਆਰਡੀਨਰੀ ਟਰੀ ਲਾਈਕ ਅਸ। ਆਪਣੇ ਪੰਜਾਬ ਦੇ ਜਿਹੜੇ ਟਰੀ, ਮੈਂ ਤੇ ਉੱਥੋਂ ਦਾ ਇੱਕ ਰੁੱਖ ਨਹੀਂ ਵੇਖਿਆ ਇੱਥੇ। ਅਸੀਂ ਇੱਥੇ ਗੋਰਖੀ ਸਾਹਿਬ ਆ ਪਿਛਲੀ ਉਹਦੇ ਵਿੱਚ ਜਿਹੜੇ ਗਰਮੀਆਂ 'ਚ ਅਸੀਂ 5-6 ਲਾਏ ਸੀਗੇ। ਬਰਫ਼ ਦੇ ਵਿੱਚ 3 ਮਹੀਨੇ ਦਬੇ ਰਹੇ, ਤੇ ਬਾਅਦ 'ਚ ਬਰਫ਼ ਖਤਮ ਹੋਈ ਤੇ ਵਾਪਸ ਹੋਏ ਜੇ ਫਿਰ ਸ਼ੁਰੂ ਹੋ ਗਏ ਤੁਰਨੇ। ਹਾਂ, ਉਹ ਸਪੈਸ਼ਲ ਡਿਜ਼ਾਈਨ ਕੀਤੇ ਨੇ। ਠੀਕ ਹੈ ਜੀ, ਇਹ ਸਹੀ ਹੈ ਜੀ। ਉਹਦੇ ਆਕਾਰ ਬਣਾਏ ਹੋਏ ਨੇ, ਸੱਚੇ ਨੇ। ਅਗਲੇ ਬੰਨੇ ਕਹਿ ਰਹੇ ਨੇ ਸੱਚੇ ਤੇਰੇ ਕਰਨੇ ਸਰਬ ਵਿਚਾਰ। ਤੇ ਤੇਰੇ ਜਿਹੜੀਆਂ ਸਾਰੀਆਂ ਕਿਰਤਾਂ ਨੇ ਜੋ ਤੂੰ ਕੀਤੀਆਂ ਨੇ, ਤੇ ਜੋ ਤੂੰ ਵਿਚਾਰ ਕੀਤਾ ਹੈ, ਬਹੁਤ ਹਾਈਲੀ ਐਡਵਾਂਸ ਬੁੱਧੀ ਦਾ ਇਸਤੇਮਾਲ ਕੀਤਾ ਗਿਆ ਨਿਜਰ ਸਾਹਿਬ। ਇੰਨੀ ਐਡਵਾਂਸ ਬੁੱਧੀ ਨਾ ਨਿਜਰ ਸਾਹਿਬ, ਜਿਹੜੇ ਰੁੱਖ ਲੱਗੇ ਨਾ, ਇਹ ਪਹਾੜਾਂ ਦੀ ਮਿੱਟੀ ਨੂੰ ਰੋਕਣ ਵਾਸਤੇ ਨੇ। ਔਰ ਏਦਾਂ ਦੇ ਪਹਾੜ ਬਣੇ ਨੇ ਨਿਜਰ ਸਾਹਿਬ। ਇਟ ਇਜ਼ ਏਦਾਂ ਦੇ ਪਹਾੜ ਨਹੀਂ ਬਣਾਏ ਕਿ ਇੱਥੇ ਰਸਤਾ ਬਣਾਉਣਾ ਇੰਪੋਸੀਬਲ ਹੋਵੇ। ਉਹ ਜਿਹੜੇ ਪਹਾੜਾਂ ਦਾ ਡਿਜ਼ਾਈਨ ਵੀ ਨਿਜਰ ਸਾਹਿਬ ਏਦਾਂ ਦਾ ਬਣਾਇਆ ਕਿ ਜਿੱਦਾਂ ਪੋਸੀਬਲ ਹੋਵੇ ਕਿ ਇਨਸਾਨ ਬਣਾ ਕੇ ਇੱਥੋਂ ਆ ਜੇ। ਪਰ ਇਹ ਨਿਜਰ ਸਾਹਿਬ ਇਸ ਕਰਕੇ ਆਪਸ਼ਨ ਦਿੱਤਾ ਹੈ। ਮਤਲਬ ਕਹਿਣ ਤੋਂ ਭਾਵ ਹੈ ਕਿ ਸਾਧ ਸੰਗਤ ਜੀ, ਜਿੱਦਾਂ ਤੁਹਾਡੇ ਜੀਵਨ ਦੇ ਵਿੱਚ ਕੋਈ ਮੁਸ਼ਕਲ ਆਈ ਹੈ ਨਾ, ਇਹਦਾ ਮਤਲਬ ਕਿ ਕੁਦਰਤ ਨੂੰ ਇਹ ਪਤਾ ਹੈ ਕਿ ਤੁਹਾਨੂੰ ਜਿਹੜੀ ਮੁਸ਼ਕਲ ਪਾਈ ਆ, ਤੁਸੀਂ ਉਹਦਾ ਹੱਲ ਕਰ ਸਕਦੇ ਜੋ। ਤੁਹਾਡੀ ਕੈਪੈਸਿਟੀ ਤੋਂ ਵੱਧ ਸਮੱਸਿਆ ਤੁਹਾਡੇ ਜੀਵਨ 'ਚ ਨਹੀਂ ਆਏਗੀ ਨਿਜਰ ਸਾਹਿਬ। ਬਿਲਕੁਲ ਸਹੀ ਹੈ। ਕਿਉਂਕਿ ਹੁਣ ਕਿਸੇ ਨੂੰ ਆਪਾਂ ਵਜਨ ਚੁਕਾਉਂਦੇ ਆ, ਤੇ ਆਪਾਂ ਥੋੜੀ ਕਹਿੰਦੇ ਕਿ ਉਹਦਾ ਲੱਕ ਟੁੱਟ ਜੇ। ਆਪਾਂ ਉਹਨੂੰ ਉਸ ਹਿਸਾਬ ਨਾਲ ਵਜਨ ਕਹਿੰਦੇ ਚੁੱਕ ਵੀ ਜਿੰਨਾ ਕਿ ਤੇਰੀ ਕੈਪੈਸਿਟੀ ਹੈਗੀ। ਪ੍ਰਕਿਰਤੀ ਦਾ ਬਹੁਤ ਮਤਲਬ ਇਹਦੇ 'ਚ ਯੋਗਦਾਨ ਹੈ। ਠੀਕ ਹੈ ਜੀ। ਜੇਕਰ ਤੁਹਾਡੇ ਜੀਵਨ 'ਚ ਕੋਈ ਮਸਲਾ ਆ ਗਿਆ, ਤੇ ਇਹ ਨਾ ਸੋਚੋ ਕਿ ਇੰਪੋਸੀਬਲ ਹੈ। ਇੰਪੋਸੀਬਲ ਨਹੀਂ, ਉਹ ਪੋਸੀਬਲ ਹੈ, ਕਿਉਂਕਿ ਪ੍ਰਕਿਰਤੀ ਨੇ ਸੋਚ ਵਿਚਾਰ ਕੇ ਹੀ ਤੁਹਾਨੂੰ ਉਹ ਸਵਾਲ ਪਾਇਆ ਹੈ, ਔਰ ਤੁਸੀਂ ਇਹਨੂੰ ਹੱਲ ਕਰ ਸਕਦੇ ਹੋ। ਹਾਂਜੀ ਨਿਜਰ ਸਾਹਿਬ, ਅੱਗੇ ਬੋਲੋ। ਸੁਖਜੀਤ ਜੀ, ਕੁਝ ਕਹਿਣਾ ਚਾਹੁੰਦੇ ਤੁਸੀਂ? ਹਾਂਜੀ, ਮੈਂ ਥੋੜਾ ਜਿਹਾ ਆਪਣੇ ਗੁਰਕੀ ਸਾਹਿਬ ਦੀ ਐਡ ਕਰਨ ਲੱਗਾ। ਹਾਂਜੀ। ਕਿਉਂਕਿ ਉਹ
ਸਾਡੇ ਪੰਜਾਬ 'ਚ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਅਸੀਂ ਹੁਸ਼ਿਆਰਪੁਰ ਤੋਂ ਆ ਤਾਂ ਬਾਗ ਕਿੰਨੇ ਹੁੰਦੇ ਸੀ, ਅੰਬਾਂ ਦੇ ਬਾਗ ਭਰੇ ਹੁੰਦੇ ਸੀਗੇ। ਹੁਣ ਤੁਹਾਨੂੰ ਕੋਈ ਬਾਗ ਨਹੀਂ ਲੱਭਦਾ। ਅਸੀਂ ਪੰਜਾਬ 'ਚ ਨੇਚਰ ਦੇ ਅਗੇਂਸਟ ਅਸੀਂ ਬਹੁਤ ਜ਼ਿਆਦਾ ਖਿਲਵਾੜ ਕੀਤਾ, ਉਹਦੀ ਅਸੀਂ ਸਜ਼ਾ ਭੁਗਤ ਰਹੇ ਚਲੋ, ਕਿਉਂਕਿ ਸਾਨੂੰ ਜਿੱਦਾਂ ਗੁਰਕੀ ਸਾਹਿਬ ਨੇ ਕਿਹਾ ਉੱਥੇ ਨੇਚਰ ਆ, ਉਹਨਾਂ ਦੇ ਟਰੀ ਹੈਗੇ ਆ, ਸੋਇਲ ਇਰੋਜਨ ਨਹੀਂ ਹੁੰਦਾ। ਹਾਂਜੀ ਬਿਲਕੁਲ ਸੋ ਸਾਨੂੰ ਜਿਸ ਤਰ੍ਹਾਂ ਜਿੰਨੇ ਟਰੀ ਪੰਜਾਬ 'ਚ ਹੋ ਸਕੇ ਇਨਸਾਨ ਨੂੰ ਲਾਉਣੇ ਚਾਹੀਦੇ ਆਪਣੀ ਲਾਈਫ ਦੇ ਵਿੱਚ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਗੱਲ ਹੈ। ਉਹਦੇ ਬਗੈਰ ਤਾਂ ਜਿਹੜਾ ਹੈਗਾ ਨਾ ਆਪਾਂ ਜਿਹੜੇ ਹੈਗੇ ਮਤਲਬ ਜਿਹੜਾ ਹੈਗਾ ਉਹ ਖੁਸ਼ਹਾਲ ਨਹੀਂ ਹੋ ਸਕਦੇ। ਹਾਂਜੀ ਤੇ ਹਾਂਜੀ ਸੱਚੇ ਠੀਕ ਹੈ ਨਿਜਰ ਸਾਹਿਬ, ਅੱਗੇ ਬੋਲੋ। ਹਾਂਜੀ ਸੱਚਾ ਤੇਰਾ ਅਮਰ ਸੱਚਾ ਦੀਵਾਨ, ਕਹਿੰਦੇ ਤੇਰਾ ਹੁਕਮ ਜਿਹੜਾ ਹੈਗਾ ਉਹ ਵੀ ਸੱਚਾ ਹੈ ਭਾਈ, ਔਰ ਤੇਰਾ ਦੀਵਾਨ ਜਿਹੜਾ ਹੈ ਜਿੱਥੋਂ ਫੈਸਲਾ ਨਿਕਲਦਾ ਆ ਉਹ ਵੀ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਆ। ਤੂੰ ਹਮੇਸ਼ਾ ਰਹਿਣ ਵਾਲਾ ਹੈ, ਤੇਰਾ ਦੀਵਾਨ ਵੀ ਹਮੇਸ਼ਾ ਰਹਿਣ ਵਾਲਾ ਹੈ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਤੇਰਾ ਹੁਕਮ ਵੀ ਸੱਚਾ ਹੈ ਭਾਈ ਔਰ ਫੁਰਮਾਨ ਵੀ ਸੱਚਾ ਹੈ। ਉਸੇ ਹਿਸਾਬ ਦੇ ਨਾਲ ਸਾਰਾ ਕੁਝ ਹੋਣਾ। ਹਾਂਜੀ ਵੀਰ ਜੀ। ਹਾਂਜੀ, ਜਿੱਦਾਂ ਬਾਣੀ 'ਚ ਲਿਖਿਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਹ ਜਿਹੜਾ ਪਰਮਾਤਮਾ ਦਾ ਹੁਕਮ ਹੈ, ਦੇਖੋ ਆਪ ਸਾਧ ਸੰਗਤ ਜੀ ਪਲੀਜ਼ ਨੋਟਿਸ ਕਰੋ, ਇਹ ਜਿਹੜੇ ਤਾਰੇ ਤੁਰੇ ਧਰਤੀਆਂ ਧੁਰਤੀਆਂ, ਇਹ ਸੂਰਜ ਕੇਵਲ ਉਨੀ ਹੀ ਗਰਮੀ ਉਨੀ ਹੀ ਤਪਸ ਪੈਦਾ ਕਰ ਰਿਹਾ ਹੈ ਜਿੰਨਾ ਨੂੰ ਹੁਕਮ ਹੈ। ਬਾਣੀ 'ਚ ਲਿਖਿਆ ਹੁਕਮ ਅੰਦਰ ਸਭ ਕੁਝ ਬਾਹਰ ਹੁਕਮ ਨਾ ਕੋਈ। ਜਿਹੜਾ ਹੁਕਮ ਦੇ ਅੰਦਰ ਜੋ ਇਕੱਲਾ ਮਨੁੱਖ ਨੂੰ ਛੱਡ ਕੇ ਬਾਕੀ ਸਭ ਚੀਜ਼ਾਂ ਹੁਕਮ 'ਚ ਨੇ। ਮੈਂ ਨਿਜਰ ਸਾਹਿਬ ਮੈਂ ਮਹਿਸੂਸ ਕਰ ਰਿਹਾ, ਇੰਨਾ ਉੱਚਾ ਪਹਾੜ ਸਾਨੂੰ ਚੜ੍ਹਨ ਦੇ ਲਈ ਘੰਟਾ ਲੱਗ ਗਿਆ, ਉੱਥੇ ਗਾਵਾਂ ਮੱਝਾਂ ਐਵੇਂ ਤੁਰੀਆਂ ਫਿਰਦੀਆਂ। ਆਪ ਜਸਟ ਸੋਚੋ ਨਿਜਰ ਸਾਹਿਬ ਕਿ ਇਹਦਾ ਮਤਲਬ ਜੇ ਤੁਰੀਆਂ ਫਿਰਦੀਆਂ ਨੇ, ਇਹਦਾ ਮਤਲਬ ਉਹਨਾਂ ਗੋਡਿਆਂ 'ਚ ਉਨੀ ਸ਼ਕਤੀ ਹੈਗੀ ਆ। ਬਿਲਕੁਲ ਇੰਨੀ ਢਲਾਨ ਤੇ ਚੋਗਾ ਚੁਗਣਾ ਜਾਂ ਉਹਨਾਂ ਨੇ ਉੱਥੇ ਘਾਹ ਘੂ ਖਾਣਾ, ਮਤਲਬ ਉਹ ਬਹੁਤ ਪ੍ਰੋਪਰਲੀ ਬਣਾਇਆ ਹੋਇਆ ਹੈ। ਉਹ ਤਾਂ ਹੁਕਮ ਦਾ ਮਤਲਬ ਇਹੋ ਜਿਹਾ ਦੀਵਾਨ, ਉਹਦਾ ਮਤਲਬ ਸਭ ਕੁਝ, ਕੋਈ ਏਦਾਂ ਦੀ ਚੀਜ਼ ਨਹੀਂ ਕੀਤੀ ਗਈ ਕਿ ਜਿਹੜੀ ਪੋਸੀਬਲ ਹੀ ਨਹੀਂ ਹੈ। ਸਭ ਕੁਝ ਪੋਸੀਬਲ ਹੈ। ਅਸੀਂ ਬਾਹਰ ਗੱਡੀ ਦੇ ਥੱਲੇ ਬਹਿੰਦੇ ਹਾਂ ਤੇ ਥੱਲੇ ਵੇਖੀ ਤਾਂ ਹਜ਼ਾਰਾਂ ਹੀ ਮੀਟਰ ਉੱਚੇ ਆ, ਘੱਟੋ ਘੱਟ ਪਤਾ ਨਹੀਂ 5-6 ਹਜ਼ਾਰ ਮੀਟਰ ਹੀ ਉੱਪਰ ਆ ਗਏ ਆ। ਤਾਂ ਪਰ ਉਹ ਜਾਨਵਰ ਉੱਥੇ ਤੁਰੇ ਫਿਰਦੇ, ਉਹ ਸਰਵਾਈਵਲ ਉਹਨਾਂ ਦਾ ਹੈਗਾ, ਉਹਨਾਂ ਦੀ ਲਾਈਫ ਸਟਾਈਲ ਏਦਾਂ ਦਾ। ਨਿਜਰ ਸਾਹਿਬ ਉੱਥੇ ਉਹ ਐਡਜਸਟ ਕਰਕੇ ਬੈਠੇ, ਕੋਈ ਪ੍ਰੋਬਲਮ ਨਹੀਂ। ਇਹਦਾ ਮਤਲਬ ਕਿ ਉਹਦਾ ਦੀਵਾਨ ਹੈ, ਜਿੱਦਾਂ ਦਾ ਫਰਮਾਨ ਹੈ ਉਹ ਬਿਲਕੁਲ ਸਹੀ ਹੈ, ਰੱਤੀ ਪਰ ਉਹ 'ਚ ਮਿਸਟੇਕ ਨਹੀਂ ਹੈਗੀ। ਆਪ ਜਸਟ ਸੋਚੋ, ਇਹ ਪ੍ਰਕਿਰਤੀ ਦੇ ਉੱਪਰ, ਧਰਤੀ ਦੇ ਉੱਪਰ ਕੋਈ ਚੀਜ਼ ਏਦਾਂ ਦੀ ਨਹੀਂ ਬਣਾਈ ਕਿ ਜਿੱਥੇ ਜੀਵਨ ਪੋਸੀਬਲ ਨਾ ਹੋਵੇ। ਹਰ ਇੱਕ ਜਗ੍ਹਾ 'ਚ ਉਸ ਸ਼ਕਤੀ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਉੱਥੇ ਸਰਵਾਈਵ ਕਰੇ, ਕਿਉਂਕਿ ਜੇਕਰ ਉਹ ਮੌਕਾ ਨਹੀਂ ਦਊਗਾ ਨਿਜਰ ਸਾਹਿਬ, ਆਪਾਂ ਕਿੱਥੋਂ ਸਰਵਾਈਵ ਕਰਾਂਗੇ। ਮੈਨੂੰ ਲੱਗਦਾ ਹੈ ਗੋਰਖੀ ਸਾਹਿਬ ਕਿ ਤੁਹਾਨੂੰ ਜਿਹੜਾ ਹੈ ਨਾ ਉਹ ਲੈ ਕੇ ਉੱਪਰ ਤਾਂ ਹੀ ਗਿਆ ਆ ਕਿ ਵੀ ਆਸਾ ਦੀਵਾਰ ਦੀਆਂ ਪੌੜੀਆਂ ਖੋਲਣੀਆਂ ਆ ਔਰ ਨੇਚਰ ਦੇ ਨਾਲ ਹੀ ਖੋਲਣੀਆਂ ਹੈ। ਹਾਂ ਨਿਜਰ ਸਾਹਿਬ, ਜਿਵੇਂ ਅਸੀਂ ਕੋਈ ਚੀਜ਼ ਖਾਣਾ ਚਾਹੁੰਦੇ ਹਾਂ, ਅੱਜ ਮੈਂ ਨਾਂ ਨਹੀਂ ਲਵਾਂਗਾ, ਅਸੀਂ 2 ਵਾਰੀ ਗਏ, ਉਹ ਗੱਲ ਬਣੀ ਨਹੀਂ, ਕਿਉਂਕਿ ਉਹ ਜੇ ਅਸੀਂ ਆ ਕੇ ਵੇਖਿਆ ਉਹ ਜੀ ਖਾਣਾ ਸਾਨੂੰ ਸੁੱਟਣਾ ਪਿਆ। ਉਹ ਖਾਣਾ ਕੋਈ ਜਾਨਵਰਾਂ ਦੇ ਨਾਂ ਤੇ ਹੀ। ਹੁਣ ਜੋ ਅਸੀਂ ਸੋਚਿਆ ਉਹ ਤੇ ਹੋਇਆ ਨਹੀਂ, ਜੋ ਅਸੀਂ ਨਹੀਂ ਸੋਚਿਆ ਉਹ ਹੋਇਆ। ਅਸੀਂ ਚਾਹ ਕੇ ਸਾਧ ਸੰਗਤ ਜੀ ਪਹਿਲਾਂ ਉਹ ਸਬਜ਼ੀ ਬਣਾਈ, ਨਹੀਂ ਬਣੀ ਸਹੀ, ਕੱਚੀ ਰਹਿ ਗਈ, ਫਿਰ ਦੁਬਾਰਾ ਗਏ ਆ, ਉਹ ਫਿਰ ਬਣਾ ਕੇ ਲੈਂਦੀ, ਫਿਰ ਵੀ ਕੱਚੀ ਰਹੀ। ਉਹ ਕੱਚੀ ਦਾ ਮਤਲਬ ਇਹ ਸੀ ਸਾਡੇ ਕਰਮਾਂ 'ਚ ਹੀ ਨਹੀਂ ਉਹ ਚੀਜ਼। ਆਪ ਪਲੀਜ਼ ਅੰਡਰਸਟੈਂਡ ਕਰੋ, ਜਿਹੜੀ ਚੀਜ਼ ਤੁਹਾਡੇ ਕਰਮਾਂ 'ਚ ਨਹੀਂ ਹੈਗੀ ਤੁਹਾਨੂੰ ਮਿਲਣੀ ਵੀ ਨਹੀਂ ਜੇ। ਭਾਵੇਂ ਮੈਂ 2 ਵਾਰੀ ਕੋਸ਼ਿਸ਼ ਕਰ ਰਿਹਾ, ਜੇ ਮੈਂ ਪੱਕੀ ਵਾਰੀ, ਜੇ ਮੈਂ ਤੀਜੀ ਵਾਰੀ ਵੀ ਜਾਂਦਾ ਨਿਜਰ ਸਾਹਿਬ, ਗੱਲ ਫਿਰ ਵੀ ਨਹੀਂ ਬਣਨੀ। ਇਹ ਦੇਖੋ ਇਹ ਕੁਦਰਤ ਆ, ਇੱਥੇ ਕੁਦਰਤ ਨੂੰ ਮੈਂ ਦੇਖ ਰਿਹਾ, ਕੁਦਰਤ ਨੇ ਜਿਹੜੇ ਪਹਾੜ ਭੂੜ ਜੇ ਬਣਾਏ ਆ, ਇਹ ਅਸਲ 'ਚ ਇਨਸਾਨ ਨੂੰ ਆਉਣ ਵਾਸਤੇ ਬਣਾਏ ਨੇ ਕਿ ਜਦੋਂ ਤੂੰ ਥੱਕ ਜਾਏਗਾ ਨਾ। ਇੱਥੇ ਵੇਖੋ, ਇੱਥੇ ਇੰਨੇ ਰੁੱਖ ਨੇ, ਜੇ ਕਿਤੇ ਸਾਡੀਆਂ ਪੈਲੀਆਂ ਪੁਲੀਆਂ ਹੁੰਦੀਆਂ ਤੇ ਵੱਟ ਕਿਉਂ ਮਾਰ ਰਹੇ ਸੀ ਸਾਰੇ। ਬਿਲਕੁਲ ਇਹ ਸਾਰੀ ਪ੍ਰਾਪਰਟੀ ਹੈ ਗੌਰਮੈਂਟ ਦੇ ਅੰਡਰ ਆ, ਫੋਰੈਸਟ ਡਿਪਾਰਟਮੈਂਟ ਦੇ ਅੰਦਰ ਆ, ਇੱਥੇ ਤੇ ਕੋਈ ਡਾਣੀ ਨਹੀਂ ਵੱਢ ਸਕਦੇ। ਕੁਦਰਤ ਵੀ ਨਹੀਂ ਚਾਹੁੰਦੀ ਕਿ ਇਸ ਬਿਊਟੀ ਨੂੰ ਤੁਸੀਂ ਖਤਮ ਕਰ ਦਿਓ। ਇੱਥੋਂ ਪਤਾ ਨਹੀਂ ਕਿੰਨੀ ਆਕਸੀਜਨ ਜਨਰੇਟ ਹੋ ਰਹੀ ਆ, ਕਿੰਨਾ ਵਧੀਆ ਮੌਸਮ, ਕੋਈ ਇੱਥੇ ਪੱਖਾ ਨਹੀਂ ਹੈਗਾ, ਕੋਈ ਇੱਥੇ AC ਨਹੀਂ ਹੈਗਾ, ਬੜਾ ਜ਼ਬਰਦਸਤ ਟੈਂਪਰੇਚਰ ਹੈ ਤੇ ਇੱਕ ਵੱਖਰਾ ਹੀ ਮੈਂ ਕਹਿ ਸਕਦਾ ਦ੍ਰਿਸ਼ ਹੈਗਾ।
ਇਹਦਾ ਪ੍ਰਮਾਤਮਾ ਨੇ ਨਾ ਖੂਬਸੂਰਤੀ ਬਣਾਈ ਹੈ। ਐਵੇਂ ਥੋੜੀ ਪਾਕਿਸਤਾਨ ਲੜਦਾ ਫਿਰਦਾ ਹੈ ਜੰਮੂ ਕਸ਼ਮੀਰ ਮੈਨੂੰ ਚਾਹੀਦਾ ਨਜ਼ਰ ਸਾਹਿਬ, ਕਿਉਂਕਿ ਖੂਬਸੂਰਤੀ ਹੈ ਕੁਦਰਤੀ। ਹਾਂਜੀ ਨਜ਼ਰ ਸਾਹਿਬ ਆਪ ਅੱਗੇ ਚलिए प्लीज। सच्चा तेरा अमर सच्चा दीवान सच्चा तेरा हुक्म सच्चा फरमान सच्चा तेरा करम सच्चा निशान। मालिक दी बख्शिश ਜਿਹੜੀ ਹੈਗੀ ਉਹ ਵੀ ਸੱਚੀ ਹੈ ਭਾਈ। ਔਰ ਜਿਹੜੀ ਹੈਗੀ ਜਿਹੜਾ ਇਨਸਾਨ ਧਿਆਨ ਸਿਮਰਨ ਕਰਦਾ ਹੈ, ਜਿਹੜਾ ਪਾਸ ਆਊਟ ਹੋ ਜਾਂਦਾ ਹੈ, ਉਹਦੀ ਪਰਖ ਦੇ ਉੱਤੇ ਪੂਰਾ ਉਤਰ ਜਾਂਦਾ ਹੈ, ਉਹਦਾ ਨਿਸ਼ਾਨ ਪੈ ਜਾਂਦਾ ਹੈ ਭਾਈ। ਇਹ ਐਕਸੈਪਟਡ ਹੈਗਾ, ਹਾਲਾਂਕਿ ਹੈ ਹਾਲੇ ਸਰੀਰ ਦੇ ਵਿੱਚ ਹੀ ਹੈ, ਪਰ ਪਾਸ ਹੋ ਗਿਆ ਇਹ। ਕਹਿੰਦੇ ਤੇਰਾ ਨਿਸ਼ਾਨ ਸੱਚਾ ਹੈ ਭਾਈ। ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭੇ ਤਾਣ ਸੱਚੇ ਸਭੇ ਜੋਰ। ਕਹਿੰਦੇ ਤੈਨੂੰ ਲੱਖਾਂ ਕਰੋੜਾਂ ਜਿਹੜੇ ਆਖਦੇ ਆ, ਜਿਹੜੇ ਵੀ ਆਖਦੇ ਆ ਉਹ ਵੀ ਭਾਈ ਸੱਚ ਹੋ ਜਾਂਦੇ ਆ। ਔਰ ਤੇਰਾ ਸਾਰਾ ਜਿਹੜਾ ਹੈਗਾ ਜੋ ਵੀ ਜਿੰਨੀ ਸਾਰੀ ਸ੍ਰਿਸ਼ਟੀ ਆ ਤੇਰੇ ਤਾਣ ਦੇ ਨਾਲ ਆ। ਸੱਚੇ ਸਭੇ ਤਾਣ ਸੱਚੇ ਸਭੇ ਜੋਰ। ਸਾਰੀ ਤਾਕਤ ਸਾਰਾ ਜ਼ੋਰ ਉਹ ਤੇਰਾ ਹੀ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਕਿ ਸੱਚੇ ਤੁਧ ਆਖੇ ਲੱਖ ਕਰੋੜ, ਕਰੋੜਾਂ ਹੀ ਆਖਦੇ, ਲੱਖਾਂ ਕਰੋੜਾਂ ਹੀ ਆਖਦੇ ਪਰਮਾਤਮਾ ਨੂੰ ਤੂੰ ਸੱਚਾ ਹੈ। ਸੱਚੇ ਸਭ ਤਾਣ ਸੱਚੇ ਸਭ ਜੋਰ। ਬਿਲਕੁਲ। ਇਹਦਾ ਕੀ ਮਤਲਬ? ਇਹ ਸਾਰਾ ਜਿਹੜਾ ਹੈ ਜੋ ਵੀ ਮਾਲਕ ਪਰਮਾਤਮਾ ਨੇ ਸਾਰੀ ਰਚਨਾ ਕੀਤੀ ਹੋਈ ਹੈ, ਇਹ ਸਾਰੀ ਦੀ ਸਾਰੀ ਪਰਮੇਸ਼ਰ ਦੇ ਤਾਣ ਦੇ ਨਾਲ ਹੀ ਹੈ, ਉਹਦੇ ਜ਼ੋਰ ਦੇ ਨਾਲ ਹੀ ਖੜੀ ਹੋਈ ਹੈ ਭਾਈ। ਸੱਚੇ ਸਭੇ ਤਾਣ ਸੱਚੇ ਸਭੇ ਜੋਰ। ਸੱਚੇ ਦੇ ਤਾਣ ਦੇ ਨਾਲ ਔਰ ਸੱਚੇ ਦੇ ਜ਼ੋਰ ਦੇ ਨਾਲ ਹੀ ਸਾਰੀ ਸ੍ਰਿਸ਼ਟੀ, ਹਰੇਕ ਇੱਕ ਇੰਡੀਵਿਜੂਅਲ ਪਾਰਟ ਜਿਹੜਾ ਹੈਗਾ ਉਹ ਮੌਜੂਦ ਹੈ ਭਾਈ ਆਪਣੇ ਵਜੂਦ ਦੇ ਵਿੱਚ। ਹਾਂਜੀ ਗੁਰਪ੍ਰੀਤ ਸਾਹਿਬ। ਹਾਂ, ਜੋਰ ਦਾ ਮਤਲਬ ਸਾਧ ਸੰਗਤ ਜੀ ਜਿੱਦਾਂ ਉਸ ਦਾ ਹੁਕਮ ਹੈ ਨਾ। ਹੁਣ ਜੋਰ ਦਾ ਮਤਲਬ ਸਾਧ ਸੰਗਤ ਜੀ ਹੈ ਕੁਝ ਗੱਲਾਂ ਜਿਹੜੀਆਂ ਨਾ ਜੋਰ ਦੇ ਨਾਲ ਕਹੀਆਂ ਗਈਆਂ। ਜਿੱਦਾਂ ਆਪਾਂ ਘਰ 'ਚ ਕੋਈ ਗੱਲ ਜੋਰ ਨਾਲ ਕਹਿ ਦਿੰਦੇ ਨਾ ਕਿ ਆਹ ਕੰਮ ਏਦਾਂ ਹੋਣਾ ਚਾਹੀਦਾ, ਇਸੇ ਹੀ ਤਰ੍ਹਾਂ ਪ੍ਰਮਾਤਮਾ ਨੇ ਕੁਝ ਗੱਲਾਂ ਜਿਹੜੀਆਂ ਬੜੀਆਂ ਜੋਰ ਨਾਲ ਕਹੀਆਂ, ਔਰ ਉਹ ਜਿਹੜੀਆਂ ਜੋਰ ਨਾਲ ਕਹੀਆਂ ਨਿੱਜਰ ਸਾਹਿਬ ਉਹ ਉਸੇ ਹੀ ਤਰੀਕੇ ਦੇ ਨਾਲ ਹੀ ਉਹਦਾ ਪਾਲਣਾ ਕੀਤਾ ਜਾ ਰਿਹਾ। ਜੋ ਦੇਖੋ ਜਿਹੜਾ ਸੂਰਜ ਆ ਜਾਂ ਧਰਤੀ ਆ ਜਾਂ ਚੰਦਰਮਾ ਹੈ ਜਾਂ ਹੋਰ ਜੋ ਵੀ ਤਾਰੇ ਤੁਰੇ ਹੈਗੇ ਆ ਜਾਂ ਹੋਰ, ਉੱਥੇ ਇੱਕ ਜ਼ੋਰ ਦੇ ਨਾਲ ਫੈਸਲਾ ਦਿੱਤਾ ਗਿਆ ਵੀ ਤੁਸੀਂ ਇਸ ਜਗ੍ਹਾ ਤੋਂ ਨਹੀਂ ਹਿੱਲਣਾ। ਜੇ ਕੋਈ ਹਿੱਲਣਾ ਵੀ ਹੈ ਤੇ ਨਜ਼ਰ ਸਾਹਿਬ ਕੇਵਲ ਇਸ ਦਾਇਰੇ ਦੇ ਵਿੱਚ ਹੀ ਘੁੰਮਣਾ ਹੈ। ਬਿਲਕੁਲ। ਧਰਤੀ ਦੀ ਸਪੀਡ ਹੈ ਨਾ, ਦੇਖੋ ਇਹ ਨਿਰਧਾਰਿਤ ਕੀਤੀ ਹੈ, ਜ਼ੋਰ ਦੇ ਨਾਲ ਫੈਸਲਾ ਕੀਤਾ ਗਿਆ ਵੀ ਤੂੰ ਇਸ ਤੋਂ ਵੱਧ ਨਹੀਂ ਘੁੰਮਣਾ। ਇਹਦਾ ਮਤਲਬ ਕਿ ਹਰ ਚੀਜ਼ ਜਿਹੜੀ ਹੈ ਨਜ਼ਰ ਸਾਹਿਬ, ਛੋਟੀਆਂ ਚੀਜ਼ਾਂ ਤੇ ਚਲੋ ਮੰਨੀਆਂ, ਵੱਡੀਆਂ ਵੱਡੀਆਂ ਜਿਹੜੀਆਂ ਚੀਜ਼ਾਂ ਨੇ। ਆਪ ਸਾਧ ਸੰਗਤ ਜੀ ਜਸਟ ਦੇਖੋ, ਆਹ ਦਾ ਮੋਬਾਈਲ ਹੈ ਨਾ, ਤੁਸੀਂ ਛੋਟਾ ਜਿਹਾ ਮੋਬਾਈਲ ਹੈ, ਤੁਸੀਂ ਜੇ 10-12 ਘੰਟੇ ਹੱਥ 'ਚ ਚੁੱਕ ਕੇ ਰੱਖੋ ਨਾ, ਤੁਹਾਡਾ ਹੱਥ ਥੱਕ ਜਾਂਦਾ ਗੁਰਕੀ ਸਾਹਿਬ। ਉਹ ਫਿਰ ਡਾਕਟਰ ਤੇ ਜਾਣਾ ਪੈਂਦਾ ਹੈ। ਜਿਹੜੇ ਕੰਪਿਊਟਰ ਤੇ ਕੰਮ ਕਰਦੇ ਜਾਂ ਮੋਬਾਈਲ ਨੂੰ ਫੜ ਕੇ ਰੱਖਦੇ ਆ, ਐਸਾ ਦਰਦ ਹੁੰਦਾ ਹੈ ਉਹਦਾ ਜਿਹੜਾ ਹੈਗਾ ਉਹ ਛੱਡਣਾ ਪੈਂਦਾ ਹੈ। ਪਰ ਨਿੱਜਰ ਸਾਹਿਬ ਇਹ ਧਰਤੀ ਹਵਾ 'ਚ ਕਿੱਦਾਂ ਰੋਕੀ? ਇਹ ਚੋਰੀ ਹੈ। ਬਿਲਕੁਲ। ਕਿੱਦਾਂ ਉਹਨੂੰ ਕਿੱਦਾਂ ਰੋਕ ਕੇ ਰੱਖਿਆ ਅਗਲੇ ਨੇ। ਔਰ ਡਬਲ ਮੋਸ਼ਨ ਹੈ ਗੁਰਕੀ ਸਾਹਿਬ, 2 ਮੋਸ਼ਨ ਹੈ। ਦੇਖੋ ਇੱਕ ਜਿਹੜੇ 24 ਘੰਟੇ 'ਚ ਗੋਲ ਚੱਕਰ ਕਰ ਲੈਂਦੀ ਹੈ, ਔਰ ਜਿਹੜਾ 365 1/4 ਦਿਨ 'ਚ ਪੂਰੀ ਸੂਰਜ ਦੇ ਦੁਆਲੇ ਘੁੰਮ ਲੈਂਦੀ ਹੈ। ਔਰ ਪਤਾ ਨਹੀਂ ਕਦੋਂ ਦੀ ਏਦਾਂ ਦੀ ਘੁੰਮਦੀ ਹੈ। ਅੱਜ ਦੀ ਨਹੀਂ, ਪਤਾ ਨਹੀਂ ਕਦੋਂ ਦੀ। ਆਪ ਜਸਟ ਸੋਚੋ ਸਾਧ ਸੰਗਤ ਜੀ, ਇੱਕ ਕੀੜੀ ਵੀ ਉਹਦੀ ਨਜ਼ਰ ਤੋਂ ਪਰੇ ਨਹੀਂ ਜਾਏਗੀ ਨਾ। ਉਹਨੂੰ ਦੇ ਰਿਹਾ ਆ ਕੀੜੀ, ਤਾਂ ਹੀ ਦੁਨੀਆ ਦੇ ਵਿੱਚ ਹੈਗੀਆਂ ਭਾਈ। ਸਾਰਿਆਂ ਨੂੰ ਭੋਜਨ ਮਿਲ ਰਿਹਾ ਆ, ਸਾਰਿਆਂ ਨੂੰ ਹਵਾ ਪਾਣੀ ਜੋ ਕੁਝ ਵੀ ਮਿਲ ਰਿਹਾ। ਹਾਂ, ਮੈਂ ਨਿੱਜਰ ਸਾਹਿਬ ਉਧਰ ਮੈਂ ਤੁਰ ਕੇ ਲੰਘਣ ਆ ਨਾ, ਉੱਥੇ ਵਾਕ ਤੇ ਲਈ ਜਾਂਦਾ ਵਾ, ਸਾਡੀ ਨਜ਼ਰ ਇੰਨੀ ਤੇਜ਼ ਆ ਕਿ ਮੈਨੂੰ 8-9 ਫੁੱਟ ਤੋਂ ਕੀੜਾ ਦਿਖਦਾ ਵਾ। ਜੇ ਦਿਖਦਾ ਹੈ ਤੇ ਇਹਦਾ ਮਤਲਬ ਉਹੀ ਚਾਹੁੰਦਾ ਕਿ ਤੂੰ ਤੇ ਪੈਰ ਨਾ ਰੱਖੀ। ਬਿਲਕੁਲ। ਜੇ ਉਹਨੇ ਆਪਾਂ ਨੂੰ ਨਜ਼ਰ ਜਿੰਨੀ ਸ਼ਕਤੀ ਦਿੱਤੀ ਹੈ, ਇੰਨੀ ਦ੍ਰਿਸ਼ਟੀ ਦਿੱਤੀ ਹੈ ਕਿ ਉਹ ਜੇ ਤੈਨੂੰ ਕੀੜਾ ਦਿਖਦਾ ਤੂੰ ਜੇ ਤੂੰ ਬਚਾ ਸਕਦਾ ਤੈਨੂੰ ਬਚਾ। ਐਂ ਸ਼ਦਾਈਆਂ ਉੱਤੇ ਨਾ ਲੰਘ ਜੀ। ਕੋਈ ਦਿੱਤੀ ਹੈ ਤੇ ਨਿੱਜਰ ਸਾਹਿਬ ਉਹਦਾ ਕਾਰਨ ਹੈ। ਬਿਲਕੁਲ। 750 ਮੈਗਾ ਸਾਇੰਸ ਕਹਿੰਦੀ ਕਿ 750 ਮੈਗਾ ਪਿਕਸਲ ਦਾ ਕੈਮਰਾ
ਆਪਣੀਆਂ ਅੱਖਾਂ 'ਚ ਲੱਗਾ। ਕਿੱਡੀ ਵੱਡੀ ਗੱਲ ਆ। ਆਮ ਜਿਹੜੇ ਮੋਬਾਈਲ 'ਚ ਕੈਮਰੇ ਲੱਗੇ ਨਾ ਤੁਹਾਡੇ, ਇੱਥੇ ਬੜੇ ਬੱਚਾ ਕੈਮਰੇ ਹੈਗੇ ਨੇ, ਬੜੇ ਬੜੇ ਛੋਟੇ, 20 ਮੈਗਾਪਿਕਸਲ, 30 ਮੈਗਾਪਿਕਸਲ, 50 ਮੈਗਾਪਿਕਸਲ, 100 ਮੈਗਾਪਿਕਸਲ, 750। ਇੰਨੀ ਸਫਾਈ ਦੇ ਨਾਲ ਆਪਾਂ ਦੇਖ ਸਕਦੇ। ਤੇ ਕੈਮਰਾ ਬਣਾਉਣ ਵਾਲਾ ਕਿੱਥੇ ਬੈਠਾ ਹੈ, ਬੜੀ ਵੱਡੀ ਗੱਲ ਹੈ। ਠੀਕ ਹੈ ਜੀ। ਇਹ ਉਹੀ ਜਾਣਦਾ ਜੀ ਉਹਨੇ ਕਿਉਂ ਏਦਾਂ ਦਿੱਤਾ ਔਰ ਸਾਨੂੰ ਇੰਨੀ ਕਿਉਂ ਸ਼ਕਤੀ ਦਿੱਤੀ ਹੈ। ਪਰ ਬੰਦਾ ਵੇਖ ਲਓ ਕਿੰਨੀ ਪ੍ਰਕਿਰਤੀ ਉਹਨੇ ਬਣਾਈ ਆ, ਪਰ ਬੰਦਾ ਕਦੇ ਨਹੀਂ ਸੋਚਦਾ ਕਿ ਪਰਮਾਤਮਾ ਰੂਪੀ ਕੋਈ ਸ਼ਕਤੀ। ਜੇਕਰ ਬੰਦਾ ਇਹ ਮੰਨ ਲੇ ਕਿ ਪਰਮਾਤਮਾ ਰੂਪੀ ਸ਼ਕਤੀ ਹੈਗੀ ਆ, ਧਰਮ ਰੂਪੀ ਕੋਈ ਸ਼ਕਤੀ ਹੈਗੀ ਆ ਜਿਹਦੇ ਅਧੀਨ ਸਾਰਾ ਕੁਝ ਆਉਂਦਾ ਹੈ, ਤੇ ਬੰਦਾ ਬ੍ਰਹਮ ਗਿਆਨੀ ਬਣ ਜਾਏਗਾ। ਬੇਸ਼ੱਕ ਗ੍ਰੰਥਾਂ ਦੇ ਵਿੱਚ ਕਿੰਨੀਆਂ ਗੱਲਾਂ ਲਿਖੀਆਂ ਨੇ, ਪਰ ਇਨਸਾਨ ਪੜ੍ਹਦਾ ਜ਼ਰੂਰ ਆ, ਸੁਣਦਾ ਵੀ ਜ਼ਰੂਰ ਆ, ਪਰ ਕਦੇ ਮੰਨਦਾ ਨਹੀਂ ਕਿ ਪਰਮਾਤਮਾ ਰੂਪੀ ਕੋਈ ਸ਼ਕਤੀ ਕੀ ਜਿਹੜੀ ਇਹ ਧਰਮ ਜਿਹੜੇ ਸਾਡੇ ਕਰਮਾਂ ਨੂੰ ਵਹਿੰਦੀ ਪਈ ਹੈ। ਪੜੂਗਾ ਨਿਜਰ ਸਾਹਿਬ ਜ਼ਰੂਰ ਹੈ, ਪਰ ਉਹ ਇਹਨਾਂ ਚੀਜ਼ਾਂ ਨੂੰ ਬਲੀਵ ਨਹੀਂ ਕਰਦਾ। ਜਿੱਦਣ ਅਸੀਂ ਵਿਸ਼ਵਾਸ ਕਰਨਾ ਸ਼ੁਰੂ ਕਰਤਾ ਕਿ ਇਹ ਜਿਹੜੀ ਪ੍ਰਕਿਰਤੀ ਹੈ ਇਹਦੇ ਵਿੱਚ ਧਰਮ ਰਾਜ ਇੱਕ ਸ਼ਕਤੀ ਬੈਠੀ ਆ ਜਿਹੜੀ ਸਾਡੇ, ਜਿੱਦਾਂ ਬਾਣੀ 'ਚ ਲਿਖਿਆ, ਚੰਗਿਆਈਆਂ ਤੇ ਬੁਰਾਈਆਂ ਵਾਚੇ ਧਰਮ ਅਧੂਰੇ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂੜੇ, ਤੇ ਫਿਰ ਜੀਵਨ ਆਪਣੇ ਆਪ ਹੀ ਉੱਚਾ ਹੋ ਜਾਏਗਾ। ਹਾਂਜੀ ਨਿਜਰ ਸਾਹਿਬ ਅੱਗੇ ਚੱਲੋ। ਇਹਦੇ ਵਾਸਤੇ ਗੋਰਖੀ ਸਾਹਿਬ ਸੱਚੀ ਤੇਰੀ ਸਿਫਤ ਸੱਚੀ ਸਲਾਹ ਕਹਿੰਦੇ। ਤੇਰੀ ਸਿਫਤ ਜਿਹੜੀ ਹੈਗੀ ਆ ਆਹੀ ਆ ਜਿਹੜੀ ਨਿਕਲਣ ਦਾ ਜਿਹੜਾ ਹੈਗਾ ਇੱਕ ਜਰੀਆ ਮਾਲਕ ਨੇ ਬਣਾਇਆ ਹੈ ਭਾਈ ਇਸ ਖੇਡ 'ਚੋਂ ਜਿਹੜਾ ਹੈਗਾ ਨਿਕਲਣ ਦੇ ਵਾਸਤੇ। ਕਹਿੰਦੇ ਜੇ ਤੂੰ ਨਿਕਲਣ ਦਾ ਆਪਸ਼ਨ ਜਿਹੜੇ ਤੇਰੇ ਅੰਦਰ ਹੈ, ਤੇਰੀ ਇੱਛਾ ਹੁੰਦੀ ਹੈ ਬਈ ਮੈਂ ਗੇਮ 'ਚੋਂ ਬਾਹਰ ਜਿਹੜਾ ਕਰਤਾ ਹੈਗਾ ਉਹਨੂੰ ਵੀ ਦੇਖਾਂ, ਮੈਂ ਆਪਣੇ ਆਪ ਨੂੰ ਦੇਖਾਂ ਵੀ ਮੇਰੇ ਅੰਦਰ ਜਿਹੜਾ ਹੈ ਮਾਇਆ ਜਿਹੜੀ ਹੈ ਜੋ ਪੰਜਾਂ ਤੱਤਾਂ ਤੋਂ ਅੱਗੇ ਕੀ ਹੈਗਾ ਮੇਰੇ ਅੰਦਰ, ਤੇ ਭਾਈ ਉਹ ਮਾਲਕ ਦੀ ਸਿਫਤ ਸਲਾਹ ਕਰ। ਉਹਦੀ ਸਿਫਤ ਸਲਾਹ ਸੱਚੀ ਹੈਗੀ ਆ। ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਉਸ ਮਾਲਕ ਨੇ ਆ ਜਿਹੜੀ ਕੁਦਰਤ ਬਣਾਈ ਹੈ, ਸ੍ਰਿਸ਼ਟੀ ਬਣਾਈ ਆ, ਇਹ ਵੀ ਸੱਚੀ ਹੈ ਭਾਈ। ਇਹਦੇ 'ਚੋਂ ਕੋਈ ਇੱਕ ਮਾੜਾ ਜਿਹਾ ਜਿਹੜਾ ਹੈਗਾ ਰੇਤਾ ਦਾ ਕਣ ਵੀ ਜਿਹੜਾ ਹੈਗਾ ਉਹਨੂੰ ਖਤਮ ਨਹੀਂ ਕਰ ਸਕਦਾ ਕੋਈ ਵੀ ਇਨਸਾਨ। ਕਿਸੇ ਦੇ ਵਿੱਚ ਪਾਵਰ ਨਹੀਂ ਹੈ ਕਿ ਮਾਲਕ ਪਰਮਾਤਮਾ ਦੀ ਜਿਹੜੀ ਹੈ ਕੁਦਰਤ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜਾ ਹੈਗਾ ਕੋਈ ਚੀਜ਼ ਨੂੰ ਨਸ਼ਟ ਕਰ ਦੇ। ਨਾਨਕ ਸੱਚ ਤੇ ਆਇਨ ਸੱਚ ਕਹਿੰਦੇ ਮਾਲਕ ਪਰਮਾਤਮਾ ਸੱਚ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ। ਜਿਹੜਾ ਉਹਨੂੰ ਧਿਆਉਂਦੇ ਆ ਉਹ ਵੀ ਸੱਚ ਹੈਗੇ ਭਾਈ। ਜੋ ਮਰ ਜੰਮੇ ਸੋ ਕੱਚ ਨਹੀਂ ਕੱਚ, ਔਰ ਜਿਹੜੇ ਮਰ ਕੇ ਫਿਰ ਜੰਮਦੇ ਆ, ਫਿਰ ਮਰਦੇ ਆ, ਫਿਰ ਜੰਮਦੇ ਆ, ਅਲੱਗ-ਅਲੱਗ ਸਰੀਰਾਂ ਦੇ ਵਿੱਚ ਜਾਂਦੇ ਆ, ਕਹਿੰਦੇ ਉਹ ਤਾਂ ਭਾਈ ਕੱਚੇ ਆ, ਉਹ ਹਾਲੇ ਕੱਚੇ ਰਹਿਣਗੇ ਜਦ ਤੱਕ ਕਿ ਉਹ ਸੱਚ ਦੇ ਨਾਲ ਨਹੀਂ ਜੁੜਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਲਾਸਟ ਤੁਕ ਦੀ ਵਿਆਖਿਆ ਕਰਦੇ ਹਾਂ। ਨਾਨਕ ਸੱਚ ਧਿਆਨ ਸੱਚ, ਜਿਹੜੇ ਸੱਚ ਨੂੰ ਮੰਨਦੇ ਆ, ਜਿਹੜੇ ਸੱਚ ਦੀ ਹੋਂਦ ਨੂੰ ਸਵੀਕਾਰ ਕਰਦੇ ਆ, ਕੇਵਲ ਉਹ ਬੰਦੇ ਸੱਚ ਨੇ। ਤੇ ਜਿਹੜੇ ਥੱਲੇ ਕੱਚ ਨੇ ਉਹ ਕਹਿੰਦੇ ਕੱਚ ਉਹ ਜੰਮਦੇ ਨੇ ਫਿਰ ਮਰ ਜਾਂਦੇ ਨੇ। ਉਹ ਜੰਮਦੇ ਮਰਦੇ ਇਸ ਲਈ, ਜੰਮਣ ਦੇ ਲਈ। ਔਰ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ। ਫਿਰ ਕੋਈ ਮਨਾ ਥੋੜੀ ਹੈ ਕਿ ਕਿਸੇ ਵੱਲੋਂ ਕਿ ਤੁਸੀਂ ਮਰਨ ਜੰਮਣ ਨੂੰ ਸਟਾਪ ਕਰ ਲਓ। ਇਹ ਜੀਵ ਆਪਣੀ ਮਰਜ਼ੀ ਨਾਲ ਹੀ ਤੁਰ ਰਿਹਾ। ਹੁਣ ਤੁਸੀਂ ਦੇਖੋ ਆਪਣੇ ਜੀਵਨ 'ਚ ਤੁਸੀਂ ਮਰਨ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕੁ ਇੱਛਾ ਪੈਦਾ ਕਰ ਜਾਣੀਆਂ। ਬਿਲਕੁਲ ਸਹੀ ਗੱਲ ਹੈ। ਉਹ ਜਿਹੜੀ ਖੇਡ ਹੈ ਨਾ, ਇਹਦਾ ਤੀਰ ਨੂੰ ਵੇਖਿਆ ਨਹੀਂ, ਤੀਰ ਨੂੰ ਖਿੱਚ ਜਾਂਦੇ ਆਪਾਂ ਪਹਿਲਾਂ ਹੀ। ਹਾਂ, ਉਹ ਫਿਰ ਤੀਰ ਨੇ ਫੇਰ ਤੁਰ ਪੈਣਾ। ਬਸ ਉਹ ਤੀਰ ਇਹ ਦੂਰੀ ਪੂਰੀ ਕਰਦਾ ਨਹੀਂ, ਉਹ ਤੋਂ ਪਹਿਲਾਂ ਫੇਰ ਖਿੱਚ ਦਿੰਦੇ ਆ। ਕਰਮਾਂ ਇਸੇ ਤਰ੍ਹਾਂ ਤੀਰ ਤੁਰਿਆ ਜਾ ਰਿਹਾ ਵਾ। ਕੋਈ 100 ਫੁੱਟ, ਕੋਈ 50 ਫੁੱਟ, ਕੋਈ ਮੇਰੇ ਵਰਗਾ 20, 30, 180 ਤੱਕ ਫੁੱਟ ਖਿੱਚ ਜਾਂਦਾ। ਜਿੰਨਾ ਜ਼ੋਰ ਦੀ ਤੀਰ ਖਿੱਚੀ ਜਾਊਗੀ ਉਹਨਾਂ ਤੁਰਿਆ ਜਾਂਦਾ ਵਾ। ਜਦ ਤੱਕ ਤੀਰ ਠੰਡਾ ਹੁੰਦਾ ਵਾ ਅਸੀਂ ਫੇਰ ਜਿਹੜੇ ਮਗਰ ਉਹਨੂੰ ਫੇਰ ਤੜ ਦੇ ਦਿੰਦੇ ਆ ਕਰਮਾਂ ਦੇ ਰਾਹੀਂ। ਕਰਮ ਜਿੰਨੇ ਤੁਸੀਂ ਕਰੋਗੇ ਨਾ ਉਹ ਤਾੜਿਆ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਇੱਛਾ ਜਿਹੜੀ ਹੈਗੀ ਤੜ ਹੈਗੀ ਬਸ। ਹਾਂ, ਉਹ ਜਦੋਂ ਤੁਸੀਂ ਖਿੱਚੀ ਜਾਓਗੇ ਤੁਰੇ ਜਾਓ। ਇਹ ਤੇ ਮਨਾ ਥੋੜੀ ਕਰਨ ਦੇ। ਉਹ ਕਹਿੰਦੇ ਜਦੋਂ ਤੀਰ ਖਿੱਚੀ ਲਿਆ ਤਾਂ ਛੱਡਣਾ ਹੀ ਪੈਣਾ ਹੁਣ। ਫਿਰ ਇੱਕ ਤਰੀਕਾ ਹੈਗਾ, ਬਾਣੀ ਕਹਿੰਦੀ ਕਿਰਤ ਕਰਮ ਜਿਹੜਾ ਹੈਗਾ ਉਹੀ ਇੱਕ ਤਰੀਕਾ ਹੈਗਾ ਹੈ ਜਿਹੜੀ ਤੀਰ ਨੂੰ ਰੋਕ ਸਕਦੀ ਹੈ। ਪਰ ਜਿੱਦਾਂ ਤੂੰ ਤੀਰ ਨੂੰ ਰੋਕ ਦੇਂਗਾ ਤੂੰ ਪ੍ਰਕਿਰਤੀ ਚੋਂ ਬਾਹਰ ਆ ਜਾ। ਬਿਲਕੁਲ। ਤੇ ਔਰ ਤੀਰ ਨੂੰ ਨਾ ਖਿੱਚਣ ਦਾ ਮਤਲਬ ਇੱਥੇ ਨਿਰਵਿਚਾਰ ਹੋਣ ਦੀ ਗੱਲ ਹੈ।
ਜਿੱਦਾਂ ਤੁਸੀਂ ਨਿਰਵਿਚਾਰ ਹੋ ਗਏ ਫਿਰ ਤੀਰ ਨਹੀਂ ਖਿੱਚਿਆ ਜਾਵੇਗਾ, ਫਿਰ ਰਾਜੇ ਜਨਕ ਵਾਲੀ ਅਵਸਥਾ ਬਣ ਜਾਏਗੀ, ਸਟਾਪ ਹੋ ਜਾਏਗਾ ਸਾਰਾ ਕੁਝ। ਬਿਲਕੁਲ ਇਹੀ ਔਰ ਇਹਨੂੰ ਹੀ ਬਾਣੀ ਕਹਿੰਦੀ ਹੈ ਬਈ ਨਿਰਵਿਚਾਰ ਹੋਣਾ ਇਹੀ ਹੈਗੀ ਉਹ ਸੱਚ ਦੇ ਨਾਲ ਜੁੜਨਾ, ਇਹੀ ਹੈਗੇ ਸੱਚੇ ਨਾਮ ਦੇ ਵਾਸਤੇ ਜਿਹੜਾ ਹੈਗਾ ਅੰਦਰ ਅੰਮ੍ਰਿਤ ਪਿਆ ਹੈ, ਉਸ ਸੱਚੇ ਨਾਮ ਦੇ ਵਾਸਤੇ ਰਿਕੁਆਇਰਮੈਂਟ ਸੱਚਾ ਧਨ ਆਈ ਹੈ, ਸੱਚਾ ਧਨ ਪਾਈ। ਇਸੇ ਦੇ ਨਾਲ ਹੀ ਆਪਾਂ ਜਿਹੜੇ ਹੈਗੇ ਇਹ ਗਤੀ ਨੂੰ ਰੋਕ ਸਕਦੇ ਹਾਂ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹਾਂਜੀ ਜੀ ਸਾਹਿਬ ਅੱਗੇ ਚਲੋ। ਹਾਂ ਅੱਗੇ ਫਿਰ ਇੱਕ ਸ਼ਲੋਕ ਆਇਆ, ਮਹੱਲਾ ਪਹਿਲਾ, ਵੱਡੀ ਵਡਿਆਈ ਜਾਂ ਵੱਡਾ ਨਾਮ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਕਿੰਨਾ, ਦੇਖੋ ਉਸ ਮਾਲਕ ਪਰਮਾਤਮਾ ਦੀ ਕਿੰਨੀ ਵੱਡੀ ਵਡਿਆਈ ਆ। ਕਹਿੰਦਾ ਤੂੰ ਦੁਨੀਆ ਦੇ ਵਿੱਚ ਤੈਨੂੰ ਭੇਜਿਆ ਹੈ, ਸ੍ਰਿਸ਼ਟੀ ਦੇ ਵਿੱਚ ਗਤੀ ਦੇ ਵਿੱਚ ਹਜ਼ਾਰਾਂ ਕਰੋੜਾਂ ਜਨਮ ਹੋ ਗਏ ਤੈਨੂੰ, ਔਰ ਇਸੇ ਤਰੀਕੇ ਨਾਲ ਤੀਰ ਖਿੱਚੀ ਜਾ ਰਿਹਾ, ਛੱਡੀ ਜਾ ਰਿਹਾ, ਜੂਨਾਂ ਦੇ ਵਿੱਚ ਘੁੰਮੀ ਜਾ ਰਿਹਾ। ਕਹਿੰਦੇ ਨਿਕਲ ਸਕਦਾ ਹੈ ਪਿਆਰਿਆ, ਉਹ ਬਹੁਤ ਵੱਡਾ ਹੈਗਾ। ਉਹਦੀ ਵਡਿਆਈ ਇਸ ਕਰਕੇ ਵੱਡੀ ਹੈ ਕਿ ਉਹਨੇ ਨਿਕਲਣ ਦਾ ਰਸਤਾ ਰੱਖਿਆ ਹੋਇਆ, ਉਹਨੇ ਸੱਚ ਰੱਖਿਆ ਹੋਇਆ ਹੈ, ਸੱਚਾ ਨਾਮ। ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਂ। ਕਹਿੰਦੇ ਉਸ ਮਾਲਕ ਪਰਮਾਤਮਾ ਦੀ ਵਡਿਆਈ ਵੱਡੀ ਹੈ ਕਿਉਂਕਿ ਉਹ ਸੱਚਾ ਨਿਆਂ ਕਰਦਾ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਜਿਹੜੇ ਮਾੜੇ ਕੰਮ ਕਰਨ ਵਾਲੇ ਆ, ਮਾਇਆ ਦੇ ਨਾਲ ਜੁੜੇ ਹੋਏ ਆ, ਅਵਗੁਣਾਂ ਦੇ ਨਾਲ ਆ, ਉਹਨਾਂ ਨੂੰ ਵੱਖ ਕੱਢ ਦਿੰਦਾ ਹੈ ਜੂਨਾਂ ਦੇ ਵਿੱਚ। ਔਰ ਜਿਹੜੇ ਹੈਗੇ ਸੱਚ ਦੇ ਨਾਲ ਜੁੜੇ ਆ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਉਹਦਾ ਨਿਆਂ ਸੱਚਾ ਹੈਗਾ। ਵੱਡੀ ਵਡਿਆਈ ਜਾਂ ਨਿਹਚਲ ਥਾਂ, ਉਸ ਮਾਲਕ ਪਰਮਾਤਮਾ ਦਾ ਥਾਂ ਨਿਹਚਲ ਹੈਗਾ ਭਾਈ। ਉਹ ਨਹੀਂ ਹਿਲਦਾ, ਉਹ ਚੱਲ ਦੇ ਵਿੱਚ ਨਹੀਂ ਹੁੰਦਾ। ਵੱਡੀ ਵਡਿਆਈ ਜਾਣੇ ਅਲਾਓ, ਮਾਲਕ ਦੀ ਵਡਿਆਈ ਵੱਡੀ ਹੈ। ਉਹ ਵੱਡਾ ਹੈ। ਕਿਉਂ ਵੱਡਾ ਹੈ? ਇਸ ਕਰਕੇ ਵੱਡਾ ਹੈ ਕਿ ਉਸ ਹਰੇਕ ਦੇ ਅੰਦਰ ਕੀ ਚੱਲ ਰਿਹਾ ਆ, ਹਰੇਕ ਜੀਵ ਦੇ ਉਹ ਜਾਣਦਾ ਹੈ। ਔਰ ਜਿਹੜਾ ਵੀ ਉਹਨੂੰ ਅਲਾਉਂਦਾ ਆ, ਜਿਹੜਾ ਵੀ ਉਹਦਾ ਨਾਮ ਲੈਂਦਾ ਆ, ਜਿਹੜਾ ਵੀ ਉਹਨੂੰ ਯਾਦ ਕਰਦਾ ਹੈ, ਉਹ ਜਾਣਦਾ ਹੈ ਉਸ ਗੱਲ ਨੂੰ। ਵੱਡੀ ਵਡਿਆਈ ਜਾਣੇ ਅਲਾਓ, ਇਸ ਕਰਕੇ ਵੱਡਾ ਹੈ ਭਾਈ। ਕੋਈ ਕਿਤੇ ਮਰਜੀ ਆਪਣੇ ਅੰਦਰ ਹੀ ਬੋਲੇ ਵੀ ਨਾ ਤੇ ਉਸ ਨੂੰ ਯਾਦ ਕਰ ਲੈ, ਉਹਦਾ ਭਜਨ ਕਰ ਲੈ, ਤੇ ਭਾਈ ਉਹ ਮਾਲਕ ਪਰਮਾਤਮਾ ਉਸ ਨੂੰ ਜਾਣਦਾ ਹੈ। ਮਾਲਕ ਨੂੰ, ਮਾਲਕ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਆਪਣੇ ਨਾਲ ਮਿਲਾਉਂਦਾ ਹੈ। ਵੱਡੀ ਵਡਿਆਈ ਬੁੱਝੈ ਸਭ ਭਾਓ, ਇਸ ਕਰਕੇ ਵੱਡਾ ਹੈ ਮਾਲਕ ਪਰਮਾਤਮਾ ਕਿ ਹਰੇਕ ਦੀ ਭਾਵਨਾ ਨੂੰ ਬੁੱਝਦਾ ਆ ਵੀ ਇਹਦੇ ਅੰਦਰ ਕੀ ਹੈਗਾ, ਇਹ ਕੀ ਚਾਹੁੰਦਾ ਹੈਗਾ। ਇਹਦੇ ਮੂੰਹ ਦੀ ਗੱਲ ਨਹੀਂ, ਉਹ ਅੰਦਰ ਦੀ ਗੱਲ ਬੁੱਝਦਾ ਹੈ। ਇਹ ਅੰਦਰ ਚਾਹੁੰਦਾ ਕੀ ਹੈ, ਇਹਦੀ ਰਿਕੁਆਇਰਮੈਂਟ ਕੀ ਹੈਗੀ, ਇਹਦੀ ਖੁਆਇਸ਼ ਕੀ ਹੈਗੀ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਮਾਲਕ ਇਸ ਕਰਕੇ ਵੱਡਾ ਹੈ, ਉਹ ਕਿਸੇ ਨੂੰ ਪੁੱਛ ਕਰਕੇ, ਕਿਸੇ ਨੂੰ ਕੰਸਲਟ ਕਰਕੇ ਦਾਤ ਨਹੀਂ ਦਿੰਦਾ ਮਾਲਕ ਪਰਮਾਤਮਾ। ਵੱਡੀ ਵਡਿਆਈ ਜਾਂ ਆਪੇ ਆਪ, ਇਸ ਕਰਕੇ ਵੱਡਾ ਹੈ ਕਿ ਉਹ ਇਕੱਲਾ ਹੀ ਹੈ। ਯਾ ਇਲਾਹੀ ਇਲਿਲਾ, ਉਹ ਇਕੱਲਾ ਹੈ ਮਾਲਕ ਪਰਮਾਤਮਾ, ਇਸ ਕਰਕੇ ਵੱਡਾ ਹੈ ਭਾਈ। ਨਾਨਕ ਕਾਰ ਨਾ ਕਥਨੀ ਜਾਏ, ਕਹਿੰਦੇ ਉਹਦੀ ਕਾਰ ਉਸ ਮਾਲਕ ਦੀ, ਮਾਲਕ ਦਾ ਕੀਤਾ ਹੋਇਆ, ਮਾਲਕ ਦੀ ਸ੍ਰਿਸ਼ਟੀ ਮਾਲਕ ਨਹੀਂ ਕਥਨੀ ਜਾ ਸਕਦੀ ਭਾਈ। ਇਸ ਕੀਤਾ ਕਰਨਾ ਸਰਵ ਰਜਾਏ, ਜੋ ਕੁਛ ਵੀ ਕਰਦਾ ਹੈ ਮਾਲਕ ਪਰਮਾਤਮਾ, ਉਹਦੀ ਜੋ ਕੁਛ ਵੀ ਸ੍ਰਿਸ਼ਟੀ ਦੇ ਵਿੱਚ ਹੁੰਦਾ ਹੈ, ਉਸ ਦੀ ਰਜਾ ਦੇ ਨਾਲ ਹੀ ਹੁੰਦਾ ਹੈ। ਹਾਂਜੀ ਵੀਰ ਜੀ। ਹਾਂਜੀ, ਉਹਦੀ ਵਡਿਆਈ ਦੇ ਬਾਰੇ ਤੇ ਆਪਾਂ ਕੁਝ ਕਹਿ ਨਹੀਂ ਸਕਦੇ, ਬਹੁਤ ਮੁਸ਼ਕਲ ਹੈ। ਜੋ ਵੀ ਉਹਨੇ ਬਣਾਇਆ ਨਾ ਉਹ ਬੈਸਟ ਹੈ, ਉਸ ਤੋਂ ਅੱਗੇ ਨਹੀਂ ਆਪਾਂ ਜਾ ਸਕਦੇ। ਤੁਸੀਂ ਆਪਣੇ ਆਲੇ ਦੁਆਲੇ ਵੇਖੋ, ਹਰ ਇੱਕ ਚੀਜ਼ ਨੂੰ ਇੰਨੀ ਖੂਬਸੂਰਤੀ ਨਾਲ ਬਣਾਇਆ, ਇੰਨੀ ਬਰੀਕੀ ਨਾਲ ਬਣਾਇਆ, ਆਪਾਂ ਉਸ ਤੋਂ ਵਧੀਆ ਬਣਾਉਣ ਦੀ ਬਾਰੇ ਸੋਚ ਨਹੀਂ ਸਕਦੇ। ਜੇਕਰ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਤੇ ਜੋ ਉਹਦਾ ਡਿਜ਼ਾਈਨ ਆ ਅਸੀਂ ਉਦਾਂ ਦਾ ਨਹੀਂ ਬਣਾ ਸਕਦੇ। ਇਸੇ ਕਰਕੇ ਬਾਣੀ ਚ ਕਿਹਾ ਕਿ ਤੇਰੀ ਜਿਹੜੀ ਵਡਿਆਈ ਆ ਉਹ ਤੂੰ ਆਪੇ ਜਾਣਦਾ।
ਆਪਾਂ ਜੋ ਵੀ ਬਣਾਉਂਦੇ ਆ ਨਾ, ਸਾਡੀ ਜਿਹੜੀ ਚੀਜ਼ ਬਣਾਈ ਆ ਨਾ ਉਹ ਟੈਂਪਰੇਰੀ ਆ, ਉਹ ਕੁਝ ਸਮਾਂ ਆਊਗਾ ਉਹ ਖਤਮ ਹੋ ਜਾਏਗੀ। ਨਾਲੇ ਉਹ ਜਿਹੜੀ ਬਣਾਵਾਂਗੇ ਉਹਨੂੰ ਚਲਾਉਣ ਦੇ ਲਈ ਕੋਈ ਬੰਦਾ ਚਾਹੀਦਾ, ਕੋਈ ਚਾਹੀਦਾ ਉਹਨੂੰ ਆਪਰੇਟ ਕਰਨ ਦੇ ਲਈ। ਪਰ ਕੁਦਰਤ ਨੇ ਜਿਹੜੀ ਚੀਜ਼ ਬਣਾਈ ਆ ਉਹ ਬਾਈ ਆਟੋਮੈਟਿਕਲੀ ਹੋ ਰਹੀ ਆ, ਬਾਈ ਮੈਨੂਫੈਕਚਰਿੰਗ ਏਦਾਂ ਦੀ ਆ। ਦੇਖੋ ਸਮੁੰਦਰ ਦਾ ਪਾਣੀ ਉੱਠਦਾ, ਬੱਦਲ ਬਣਦਾ, ਤੇ ਜਿਹੜੀ ਬਣਾਵਟ ਹੈ ਉਹ ਬਹੁਤ ਬਰੀਕ ਹੈ। 1 ਸੈਕਿੰਡ ਸਾਧ ਸੰਗਤ ਜੀ। ਹੁਣ ਜਿਹੜੀ ਉਹਦੀ ਬਣਾਈ ਹੋਈ ਕੋਈ ਚੀਜ਼ ਆ ਉਹ ਇੰਨੀ ਬਰੀਕ ਆ। ਹੁਣ ਦੇਖੋ ਆਪਾਂ ਚੀਜ਼ ਕੋਈ ਵੀ ਚੀਜ਼ ਖਾਂਦੇ ਆਪਣੇ ਢਿੱਡ ਚ ਅੰਦਰ ਜਾਂਦੀ ਆ। ਤੁਹਾਨੂੰ ਵੀ ਪਤਾ ਹੈ, ਮਾੜੀ ਜੀ ਉਂਗਲ ਨੂੰ ਹੱਥ ਲਾਈ, ਕਹਿੰਦੇ ਉਹਨੂੰ ਮਾਈਕਰੋ ਖੁਰਦਬੀਨ ਦੇ ਥੱਲੇ ਲੈ ਕੇ ਜਾਈਏ ਤੇ ਪਤਾ ਲੱਗੇ ਕਿੰਨੇ ਕੁ ਜਰਾਸੀਨ ਹੈਗੇ ਨੇ ਜੱਸਾ ਇੱਕ ਛੋਟੀ ਜਿਹੀ ਉਂਗਲ ਦੇ ਵਿੱਚ। ਆਪਾਂ ਕਿੰਨਾ ਕੁਝ ਖਾਂਦੇ ਆ, ਕਿੰਨੇ ਜਰਾਸੀਨ ਅੰਦਰ ਜਾਂਦੇ ਆ। ਜੇ ਉਹ ਆਪਣੇ ਅੰਦਰ ਅਸਰ ਕਰਨਾ ਤੇ ਜੱਸਾ ਇੱਕ ਦਿਨ ਵੀ ਆਪਾਂ ਸਰਵਾਈਵ ਨਹੀਂ ਕਰ ਸਕਦੇ। ਦੇਖੋ ਕੁਦਰਤ ਨੇ ਉਹਦੇ ਅੰਦਰ ਅਰੇਂਜਮੈਂਟ ਕੀਤਾ ਹੋਇਆ ਕਿ ਜੇ ਤੂੰ ਖਾ ਵੀ ਲੈਣਾ ਹੈ ਕਿ ਤੇਰੇ ਸਿਸਟਮ ਦੇ ਅੰਦਰ ਏਦਾਂ ਦਾ ਸਿਸਟਮ ਹੈ ਉਹ ਤੇਰੇ ਸਰੀਰ ਨੂੰ ਡੈਮੇਜ ਨਹੀਂ ਕਰੇਗਾ। ਕਹਿੰਦੇ ਕਿ ਇਨਸਾਨ ਦੇ ਬੋਡੀ ਵਰਗੀ ਜੇਕਰ ਮਸ਼ੀਨ ਬਣਾਉਣੀ ਹੋਵੇ ਤਾਂ ਪਤਾ ਨਹੀਂ ਕਿੰਨਾ ਵੱਡਾ ਏਰੀਆ ਚਾਹੀਦਾ। ਜੇ ਇਕੱਲੇ ਦਿਮਾਗ ਨੂੰ ਆਪਰੇਟ ਕਰਨ ਵਾਸਤੇ ਜਿੱਦਾਂ ਦੀ ਮਸ਼ੀਨ ਹੈਗੀ ਸਾਡੇ ਅੰਦਰ, ਜਿੱਦਾਂ ਦੀ ਮਸ਼ੀਨ ਬਣਾਉਣੀ ਪਵੇ ਤਾਂ ਪਤਾ ਨਹੀਂ ਕਿੰਨੇ ਵੱਡੇ ਏਰੀਆ ਚ ਬਣੂਗੀ। ਉਹ ਕੁਦਰਤ ਨੇ ਕੇਵਲ ਇੱਕ ਛੋਟਾ ਜਿਹਾ ਮਾਸ਼ ਆ, ਮੀਟ ਹੀ ਹੈਗਾ, ਮੀਟ ਦੇ ਅੰਦਰ ਹੀ ਵੇਖੋ ਕਿੱਦਾਂ ਦੀ ਮੈਮਰੀ ਹੈ, ਕਿੱਦਾਂ ਦੀ ਵਿਚਾਰ ਕਰਨ ਦੀ ਸ਼ਕਤੀ ਹੈ, ਪਤਾ ਨਹੀਂ ਕੀ ਕੁਝ ਉਹਦੇ ਅੰਦਰ ਪਾ ਕੇ ਰੱਖਿਆ। ਕਮਾਲ ਕੀਤੀ ਪਈ। ਔਰ ਉਹ ਜਿਹੜੀ ਕਮਾਲ ਕੀਤੀ ਪਈ। ਆਪ ਜਿਵੇਂ ਦੱਸੋ ਕਿ ਜਿਹੜੀ ਅੱਖ ਹੈ ਨਾ, ਹੈ ਕੀ ਮੀਟ ਹੀ ਦੇਗਾ। ਕਿੱਦਾਂ ਤਸਵੀਰਾਂ ਵੇਖਣ ਦੇ ਨੇ ਜਸ, ਬਿਲਕੁਲ ਦੇਖ ਰਿਹਾ। ਕਿੰਨੇ ਰੰਗ ਸਾਨੂੰ ਪਤਾ ਹੈ, ਕਿੰਨੇ ਰੰਗ ਸਾਨੂੰ ਪਤਾ ਹੈ। ਪ੍ਰਕਿਰਤੀ ਜੀ ਜਿੰਨੇ ਰੰਗ ਬਣਾਏ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਵਾਸਤੇ ਸਾਡੇ ਅੰਦਰ ਯੋਗਤਾ ਵੀ ਹੈਗੀ ਆ। ਹੁਣ ਜਾਨਵਰਾਂ ਨੂੰ ਦਿਖਦੇ ਕਿ ਨਹੀਂ ਦਿਖਦੇ ਇਹਦਾ ਮੈਨੂੰ ਪਤਾ ਨਹੀਂ। ਇੱਥੇ ਮੈਂ ਵੇਖਿਆ ਨਿੱਜਰ ਸਾਹਿਬ, ਪਤਾ ਨਹੀਂ ਕਿੰਨੇ ਕਿਤੇ ਉਹ ਹੈਗੇ ਨੇ ਜਿਹੜੇ ਰਾਤ ਨੂੰ ਲਮਕਦੇ ਨਹੀਂ, ਉਲਟੇ ਲਮਕਦੇ, ਕੀ ਕਹਿੰਦੇ ਚਮਗਿੱਦੜ। ਉਹ ਮੈਨੂੰ ਦੱਸਣ ਦੇ, ਉਹ ਪਹਾੜੀ ਜੇ ਕਹਿੰਦੇ ਕਿ ਮਹੀਨਾ ਕੁ ਹੋ ਗਿਆ ਹੁਣ ਆਏ, ਪਤਾ ਨਹੀਂ ਕਿੱਥੇ ਚੱਲ ਜਾਂਦੇ ਆ। ਜਦੋਂ ਸੀਜ਼ਨ ਹੁੰਦਾ ਸੀ ਆ ਜਾਂਦੇ। ਵੇਖੋ ਉਹਨਾਂ ਨੂੰ ਰਾਤੀ ਦਿਖਦਾ, ਉਹਨਾਂ ਦੀ ਖੁਰਾਕ ਵੀ ਵੱਖਰੀ, ਉਹਨਾਂ ਦਾ ਜੀਵਨ ਵੱਖਰਾ। ਕਿੱਦਾਂ ਮਤਲਬ ਇੱਥੇ ਮੈਂ ਬਾਜ ਵੇਖੇ ਆ, ਬੜਾ ਵੱਡਾ ਬਾਜ ਤੁਰਿਆ ਫਿਰਦਾ, ਮੇਰੇ ਹਿਸਾਬ ਨਾਲ ਉਹ 10-15 ਕਿਲੋ ਵਜਨ ਚੁੱਕ ਸਕਦਾ, ਏਡਾ ਵੱਡਾ ਬਾਜ ਆ ਸਾਹਿਬ। ਤੇ ਕੱਲਾ ਅਸਮਾਨ ਚੁੱਟਿਆ ਫਿਰਦੇ ਆ। ਲੈ ਜਾਂਦਾ ਹੈ ਗੋਰਕੀ ਸਾਹਿਬ, ਇਹ ਹਿਰਨ ਦੇ ਬੱਚੇ ਨੂੰ ਲੈ ਜਾਂਦਾ, ਪਰ ਚੁੱਕ ਕੇ ਉਡਾ ਕੇ ਲੈ ਜਾਂਦਾ, ਆਪਣੇ ਨਾਲ ਹੀ ਲੈ ਜਾਂਦਾ। ਮੱਛੀ ਫੜ ਲੈਂਦੇ ਇਹ ਲੋਕ। ਨਿੱਜਰ ਸਾਹਿਬ ਮੈਂ ਵੇਖਿਆ ਘੱਟੋ ਘੱਟ ਚਾਦਰ ਜਿੱਡਾ ਚੌੜਾ ਸੀ ਉਹ। ਜਿਹੜੇ ਆੜੇ ਬਾਜ ਬੂਜ ਆਪਾਂ ਲਈ ਫਿਰਦੇ ਆ ਨਾ, ਇਹ ਬਹੁਤ ਛੋਟੇ ਆ ਬਿਲਕੁਲ। ਜਿਹੜੇ ਮਨੁੱਖਾਂ ਦੇ ਕੋਲ ਉਹ ਤੇ ਕਾਫੀ ਵੱਡਾ, ਜਿਹੜਾ ਸਮਾਨ ਜਿੱਡਾ ਚੌੜਾ ਦਿਖਾਉਂਦਾ, ਕੱਟਾ ਵੱਡਾ ਬਾਜ ਉੱਥੇ ਕੱਲਾ ਹੀ ਆ ਤੁਰਿਆ ਫਿਰਦਾ ਪਹਾੜਾਂ ਦੇ ਉੱਤੇ ਮਾਲਕ ਬਣ ਕੇ। ਮਤਲਬ ਕਿ ਉਹਦੀ ਜਾਤੀ ਏਦਾਂ ਦੀ ਬਣਾਈ ਹੈ ਕੁਦਰਤ ਨੇ। ਬਿਲਕੁਲ ਹਾਂ, ਇਹ ਤੇ ਪ੍ਰਮਾਤਮਾ ਜਾਣਦਾ। ਹੁਣ ਦੇਖੋ ਇਹ ਸਭ ਉਸ ਕੁਦਰਤ ਨੇ ਵਡਿਆਈ ਉਹਦੀ ਇਹੋ ਹੀ ਹੈ। ਬਾਣੀ ਕਹਿੰਦੀ ਤੂੰ ਕਥਨੀ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਹੁਣ ਦੇਖੋ ਨਿੱਜਰ ਸਾਹਿਬ, ਇੰਨੀ ਉੱਪਰ ਹਾਈਟ ਤੋਂ ਪਾਣੀ ਡਿੱਗਦਾ ਜੀ। ਇਹ ਪਾਣੀ, ਇਹਦਾ ਮਤਲਬ ਉਹਦਾ ਤੇ ਪਾਣੀ ਇੱਥੋਂ ਜਾਵੇ ਨਾ, ਇਹ ਸਾਰਾ ਪਾਣੀ ਵੇਖੋ ਕਿੱਦਾਂ ਪੰਜਾਬ ਵੱਲ ਜਾਂਦਾ ਨਿਵਾਣ ਚ। ਬਿਲਕੁਲ। ਤੇ ਨਿੱਜਰ ਸਾਹਿਬ ਕਿਹਨੇ ਡਿਜ਼ਾਈਨ ਕੀਤਾ ਤਾਂ ਹੀ ਤੇ ਪਾਣੀ ਨਿਵਾਣ ਵੱਲ ਜਾਂਦਾ। ਪਾਣੀ ਜੇਕਰ ਡਿਜ਼ਾਈਨ ਨਾ ਕੀਤਾ, ਸਾਡੇ ਕੋਠੇ ਦਾ ਪਾਣੀ ਉਹ ਨਾਲੀ ਚ ਨਹੀਂ ਜਾਂਦਾ। ਬਿਲਕੁਲ ਨਹੀਂ ਜਾਂਦਾ। ਸਾਧ ਸੰਗਤ ਜੀ, ਮੈਂ ਜੋ ਕਹਿ ਰਿਹਾ ਚਾਹੁੰਦਾ ਫਿਰ ਪਲੀਜ਼ ਨੋਟ ਕਰੋ। ਆਪਣੇ ਬਾਥਰੂਮ ਦਾ ਸਾਈਜ਼ ਹੁੰਦਾ 8 ਫੁੱਟ 7 ਫੁੱਟ 10 ਫੁੱਟ। ਜੇਕਰ ਅਸੀਂ ਡਿਜ਼ਾਈਨ ਨਹੀਂ ਨਾ ਕਰਦੇ ਤੇ ਨਾਲੀ ਦੇ ਵਿੱਚ ਪਾਣੀ ਨਹੀਂ, ਉੱਥੇ ਜਿੱਥੇ ਉਹ ਬਣਿਆ ਨਾ ਉੱਥੇ ਪਾਣੀ ਨਹੀਂ ਜਾਊਗਾ। ਸਲੋਪ ਦੇਣਾ। ਇਹ ਜਿਹੜੇ ਪਹਾੜ ਸਲੂਪ ਦਿੱਤੀ ਹੈ ਨਿੱਜਰ ਸਾਹਿਬ,
ਇਹਦਾ ਮਤਲਬ ਇੰਨੀ ਹਾਈਟ ਤੇ ਪਹਾੜ ਬਣਾਏ ਨੇ, ਇੱਥੋਂ ਪਾਣੀ ਰੁੜਦਾ ਰੁੜਦਾ ਨਿਮਾਨ ਵੱਲ ਤੁਰਿਆ ਜਾਂਦਾ। ਕਿੱਦਾਂ ਅਸਕਰ ਸੋਚਿਆ ਹੈ, ਤਾਂ ਹੀ ਤਾਂ ਬਣਿਆ। ਬਿਲਕੁਲ। ਫਿਰ ਉਹ ਪਾਣੀ ਵੇਖੋ, ਜਿਹੜੇ ਨੈਚੁਰਲ ਜਿਹੜੇ ਦਰਿਆ, ਇੱਕ ਤੇ ਇਨਸਾਨਾਂ ਨੇ ਨਦੀਆਂ ਬਣਾਈਆਂ ਨੇ ਆਪਣੀਆਂ ਜ਼ਰੂਰਤਾਂ ਅਨੁਸਾਰ, ਜਿਹੜੇ ਦਰਿਆ ਨੇ ਕੁਦਰਤੀ ਨੇ। ਇਹਦਾ ਮਤਲਬ ਕੁਦਰਤੀ ਨਾਲ ਉਹ ਵੀ ਡਿਜ਼ਾਈਨ ਕੀਤੇ ਹੋਏ ਨੇ ਕਿ ਬਈ ਮੀਂਹ ਦਾ ਪਾਣੀ ਹੈ, ਇਹਨਾਂ ਪੈਲੀਆਂ ਦੇ ਵਿੱਚ ਲੈ ਕੇ ਜਾਣਾ ਹੈ। ਹੁਣ ਪੰਜਾਬ ਦੀ ਜਿੰਨੀ ਵੀ ਧਰਤੀ ਲਾਲ ਹੈ ਨਾ, ਨਜ਼ਰ ਸਾਹਿਬ ਇੱਥੇ ਵੇਖੀ ਹੈ ਲਾਲ ਧਰਤੀ, ਇੱਥੇ ਵੀ ਹੈਗੀ ਜੀ। ਇਹ ਮਤਲਬ ਰੁੜ ਰੁੜ ਕੇ ਪਾਣੀ ਦੇ ਨਾਲ ਮਿੱਟੀ ਗਈ ਆ, ਸਾਰੀ ਤਾਕਤ ਵਾਲੀ ਮਿੱਟੀ ਜਿਹੜੀ ਉੱਥੇ ਪਹੁੰਚੀ ਹੋਈ ਹੈ। ਇਹ ਸਭ ਕੁਦਰਤ ਨੇ ਜੀ ਬਹੁਤ ਹਾਈਲੀ ਬ੍ਰੇਨ ਯੂਜ਼ ਕਰਕੇ, ਔਰ ਉਸਨੇ ਆਪਣਾ ਵਿਸਤਾਰ ਕੀਤਾ ਹੈ, ਔਰ ਇਨਸਾਨ ਤੇ ਥੋੜਾ ਬਹੁਤ ਇੱਧਰ ਉੱਧਰ ਕਰਕੇ ਆਪਣਾ ਸਮਾਂ ਚਲਾ ਰਿਹਾ ਹੈ। ਪਰ ਜਦੋਂ ਇਨਸਾਨ ਸੋਚਦਾ ਹੈ ਕਿ ਕਿਸੇ ਦੈਵੀ ਸ਼ਕਤੀ ਨੇ ਬਣਾਇਆ ਔਰ ਇਹ ਆਪਣੇ ਆਪ ਨਹੀਂ ਬਣਿਆ, ਫਿਰ ਹੌਲੀ ਹੌਲੀ ਸਾਡਾ ਵਿਸ਼ਵਾਸ ਵੱਜਦਾ ਹੈ। ਕਿਉਂਕਿ ਸਭ ਤੋਂ ਮੇਨ ਗੱਲ ਹੈਗੀ ਸਾਡਾ ਵਿਸ਼ਵਾਸ। ਜਦੋਂ ਸਾਡਾ ਵਿਸ਼ਵਾਸ ਬਣ ਗਿਆ, ਫਿਰ ਤੇ ਭਾਵ ਸਾਗਰ ਤੋਂ ਬੰਦਾ ਐ ਲੰਘ ਜਾਂਦਾ। ਬੰਦਾ ਮੰਨਦਾ ਨਹੀਂ ਆ, ਠੀਕ ਐ ਨਾ ਸੋਚੋ ਕਿ ਜਿਹੜੇ ਗੁਰਦੁਆਰੇ ਜਾਂਦੇ, ਮੰਦਿਰ 'ਚ ਜਾਂਦੇ ਨੇ ਜਾਂ ਮਸਜਿਦ 'ਚ ਜਾਂਦੇ ਨੇ, ਇਹ ਲੋਕ ਪਰਮਾਤਮਾ ਦੀ ਹੋਂਦ ਨੂੰ ਮੰਨ ਲੈਂਦੇ ਨੇ। ਅਸਲ 'ਚ ਮੰਨਦੇ ਨਹੀਂ ਆ। ਇਹਨੂੰ ਇਸ ਲਈ ਸਵੀਕਾਰ ਕਰਦੇ ਨੇ ਕਿਉਂਕਿ ਇਹਨਾਂ ਦੀਆਂ ਨਾ ਜ਼ਰੂਰਤਾਂ ਨੇ, ਇਹਨਾਂ ਨੂੰ ਕੁਝ ਚਾਹੀਦਾ ਹੈ, ਪਦਾਰਥ। ਇਹ ਸਭ ਤਾਮਸਿਕ ਭਗਤੀ ਕਰਦੇ। ਜਿਹੜੀ ਅਸਲੀ ਭਗਤੀ ਹੈ ਉਹਦੇ ਵਿੱਚ ਨੋ ਡਿਮਾਂਡ, ਉਹ 'ਚ ਡਿਮਾਂਡ ਨਹੀਂ ਹੁੰਦੀ। ਉਹਦੇ 'ਚ ਹੁੰਦਾ ਕਿ ਜਿੱਦਾਂ ਕਿਸ਼ਤੀ ਨੂੰ ਆਪਾਂ ਛੱਡ ਦਈਏ ਤੇ ਜਿੱਧਰ ਨੂੰ ਹਵਾ ਲੈ ਜੇ ਨਾ, ਫਿਰ ਆਪਣੇ ਆਪ ਹੀ ਕਿਸ਼ਤੀ ਉਹਨੂੰ ਜਾਵੇ। ਚੱਪੂ ਕੱਢ ਕੇ ਅੰਦਰ ਸੁੱਟ ਲਓ। ਭਗਤੀ ਦਾ ਮਤਲਬ ਵੀ ਇਹੋ ਆ ਕਿ ਅਸੀਂ ਉਸ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਉਸ ਪਰਮਾਤਮਾ ਨੂੰ ਸਮਰਪਣ ਕਰ ਦਿੰਦੇ ਹਾਂ ਕਿ ਮੇਰੇ ਪਿਤਾ, ਮੇਰੇ ਜਾਣ ਦੇ ਨਾਲ ਗੱਲ ਨਹੀਂ ਬਣਦੀ। ਹੁਣ ਏਦਾਂ ਕਰਦਾ ਕਿ ਮੈਂ ਛੱਡ ਦਿੰਦਾ ਸਾਰਾ ਕੁਛ, ਮੈਂ ਅਕੇਰੀ ਅਵਸਥਾ 'ਚ ਹੋ ਜਾਂਦਾ ਤੇ ਹੁਣ ਮੈਨੂੰ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਲੈ ਜਾ, ਤਾਂ ਖੇਡ ਬਣਦੀ ਆ। ਫਿਰ ਪਰਮਾਤਮਾ ਹੀ ਸਾਡੀ ਕਿਸ਼ਤੀ ਨੂੰ ਆਪਣੇ ਚਰਨਾਂ 'ਚ ਲੈ ਕੇ ਜਾਂਦਾ। ਜਿੰਨਾ ਚਿਰ ਤੱਕ ਅਸੀਂ ਖੁਦ ਆਪਣੀ ਕਿਸ਼ਤੀ ਨੂੰ ਲਈ ਫਿਰਦੇ ਹਾਂ, ਉਹਨਾਂ ਚਿਰ ਤੱਕ ਸਾਡੀ ਹਉਮੈ ਹੀ ਹੈ। ਨਿਰਵਿਚਾਰ ਸਮਾਧੀ ਦਾ ਮਤਲਬ ਹੈ ਸਭ ਕੁਛ ਬੰਦ ਕਰ ਦੇਣਾ, ਸਾਰੀਆਂ ਕਿਰਿਆਵਾਂ ਨੂੰ ਬੰਦ ਕਰ ਦੇਣਾ, ਸਭ ਕੁਝ ਸਟਾਪ ਕਰ ਦੇਣਾ। ਔਰ ਜਦੋਂ ਸਭ ਕੁਝ ਸਟਾਪ ਹੁੰਦਾ ਹੈ, ਉਸ ਤੋਂ ਬਾਅਦ ਫਿਰ ਸਾਡਾ ਜੀਵਨ ਬਦਲਦਾ। ਜਿੰਨਾ ਚਿਰ ਤੱਕ ਅਸੀਂ ਸਟਾਪ ਨਹੀਂ ਕਰਦੇ, ਉਹਨਾਂ ਚਿਰ ਜੀਵਨ 'ਚ ਕੋਈ ਪਰਿਵਰਤਨ ਨਹੀਂ ਆਵੇਗਾ, ਕੋਈ ਨਿਰਮਲ ਤੱਤ ਨਹੀਂ ਸਾਡੇ ਜੀਵਨ 'ਚ ਪ੍ਰਵੇਸ਼ ਕਰੇਗਾ। ਹਾਂਜੀ ਨਜ਼ਰ ਸਾਹਿਬ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹ ਉਹ ਨੇਚਰ ਹੈਗਾ, ਔਰ ਉਹ ਇਸ ਸਾਰੀ ਖੇਡ ਨੂੰ ਜਾਣ ਰਿਹਾ ਹੈ। ਜੇ ਉਹ ਹਰੇਕ ਦੇ ਇਨਸਾਨ ਜਿਹੜਾ ਹੈਗਾ, ਕੋਈ ਵੀ ਕਿਤੇ ਮਰਜੀ ਜਿਹੜਾ ਹੈਗਾ ਭਗਤੀ ਕਰਦਾ ਹੈ, ਉਹ ਉਸ ਦੇ ਅਲਾਹ ਨੂੰ ਜਾਣਦਾ ਹੈ, ਉਹਦੀ ਭਗਤੀ ਨੂੰ ਜਾਣਦਾ ਹੈ ਮਾਲਕ ਪਰਮਾਤਮਾ। ਔਰ ਉਹਨੇ ਜਿਹੜੀ ਵੀ ਦਾਤ ਦੇਣੀ ਆ, ਕਿਸੇ ਨੂੰ ਪੁੱਛ ਕੇ ਨਹੀਂ ਦਿੰਦਾ ਪਾਏ। ਉਹ ਆਪੇ ਮਾਲਕ, ਆਪ ਆ ਕੰਟਰੋਲਰ, ਔਰ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਰਜ਼ੀ ਨਾਲ ਚਲਾ ਰਿਹਾ ਹੈ। ਹੁਣ ਇਸ ਤੋਂ ਅੱਗੇ ਦੂਸਰੀ ਪਾਤਸ਼ਾਹੀ ਦਾ ਸ਼ਲੋਕ ਆਇਆ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਸੰਸਾਰ ਜਿਹੜਾ ਹੈਗਾ, ਉਹ ਮਾਲਕ ਪਰਮਾਤਮਾ ਦੀ ਕੋਠੜੀ ਹੈਗੀ। ਮਾਲਕ ਪਰਮਾਤਮਾ ਆਪ ਰਹਿੰਦਾ ਹੈ ਇਸ ਸੰਸਾਰ ਦੇ ਵਿੱਚ, ਉਹਦਾ ਵਾਸਾ ਹੈਗਾ। ਉਸ ਮਾਲਕ ਪਰਮਾਤਮਾ ਦਾ ਵਾਸਾ ਆਪਣੇ ਸਰੀਰ ਦੇ ਅੰਦਰ ਆ। ਆਪਣੇ ਅੰਦਰ ਜੋ ਬੋਲ ਰਿਹਾ ਆ, ਉਹ ਮਾਲਕ ਪਰਮਾਤਮਾ ਹੀ ਬੋਲ ਰਿਹਾ ਆ, ਆਤਮਾ ਹੀ ਬੋਲ ਰਹੀ ਆ। ਨਹੀਂ ਤਾਂ ਸਰੀਰ ਤਾਂ ਡੈਡ ਹੋ ਜਾਂਦਾ ਹੈ ਭਾਈ। ਆਤਮਾ ਨਿਕਲ ਜਾਏ ਤੇ ਉਸ ਵੇਲੇ ਸਰੀਰ ਥੋੜੀ ਨਾ ਹਿਲਦਾ ਹੈ, ਸਾਹ ਵੀ ਬੰਦ ਹੋ ਜਾਂਦਾ, ਸਾਰਾ ਕੁਝ ਬੰਦ ਹੋ ਜਾਂਦਾ ਹੈ। ਇੱਕ ਨਾ ਹੁਕਮੇ ਸਮਾਇਲ ਹੈ, ਇੱਕ ਨਾ ਹੁਕਮੇ ਕਰੇ ਵਿੱਚ ਵਿਨਾਸ਼। ਇੱਕ ਜਿਹੜੇ ਹੈਗੇ, ਜਿਹੜੇ ਚਾਹੁੰਦੇ ਆ ਉਸ ਮਾਲਕ ਪਰਮਾਤਮਾ ਨੂੰ ਮਿਲਣਾ, ਜਿਹੜੇ ਸੱਚ ਨੂੰ ਦੇਖਣਾ, ਆਪਣੇ ਆਪ ਨੂੰ ਦੇਖਣਾ, ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਤੇ ਇੱਕ ਜਿਹੜੇ ਹੈਗੇ ਮਾਇਆ ਦੇ ਵਿੱਚ ਹੀ ਹੁੰਦੇ ਆ, ਜਿਹੜੇ ਕਹਿੰਦੇ ਨਹੀਂ ਮਾਲਕ ਨਹੀਂ ਚਾਹੀਦਾ, ਸਾਨੂੰ ਮਾਇਆ ਪਦਾਰਥ ਚਾਹੀਦੇ ਆ, ਸਵਾਦ ਚਾਹੀਦੇ ਆ, ਤੇ ਉਹਨਾਂ ਨੂੰ ਹੁਕਮ ਦੇ ਨਾਲ ਉਹਨਾਂ ਦਾ ਟਾਈਮ ਪੀਰੀਅਡ ਪੂਰਾ ਹੋ ਜਾਂਦਾ ਹੈ, ਔਰ ਉਹਨਾਂ ਨੂੰ ਜਿਹੜਾ ਹੈਗਾ ਵਿਨਾਸ਼ ਕਰ ਦਿੰਦਾ, ਸਰੀਰ ਖੋਹ ਲੈਂਦਾ ਉਹਦੇ ਕੋਲੋਂ, ਉਹਨਾਂ ਕੋਲੋਂ। ਫਿਰ ਜਿਹੜੇ ਹੈਗੇ ਉਹ ਵਾਪਸ ਜਿਹੜਾ ਹੈਗਾ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਰਨ ਸੀ ਜਿਹੜਾ ਹੈਗਾ ਫਿਰ ਘਟਾਉਣਾ ਪੈਂਦਾ ਹੈ। ਜੂਨਾਂ ਦੇ ਵਿੱਚ ਜਾ ਕੇ ਥੋੜ੍ਹੇ ਸਿੱਧੇ ਹੋ ਜਾਂਦੇ ਆ ਪਾਏ। ਜਿਸ ਤਰ੍ਹਾਂ ਅੱਜ ਆਇਆ ਸੀ ਬਾਣੀ ਦੇ ਵਿੱਚ, ਜਿਵੇਂ ਲੂਣ ਜਿਹੜਾ ਹੈਗਾ ਉਹਨੂੰ ਪਾਣੀ ਗਲਾ ਦਿੰਦਾ ਹੈ, ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਗਲਾਇਆ ਜਾਂਦਾ ਹੈ। ਉਹਨਾਂ ਦੀਆਂ ਇੱਛਾਵਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਜੂਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਇੱਛਾ ਪੂਰਤੀ ਕੀਤੀ ਜਾਂਦੀ ਹੈ।
ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਜਿਹੜੇ ਹੈਗੇ ਜਿਹੜੇ ਨਿਕਲਣਾ ਚਾਹੁੰਦੇ ਆ, ਮਾਲਕ ਜਿਹੜਾ ਹੈਗਾ ਆਪਣੇ ਭਾਣੇ ਵਿੱਚ ਉਹਨਾਂ ਨੂੰ ਗੁਰੂ ਮਿਲਾ ਕੇ ਔਰ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਜਿਹੜਾ ਹੈਗਾ ਇਸ ਸੰਸਾਰ ਸਮੁੰਦਰ ਤੋਂ ਉੱਪਰ ਰੱਖਦਾ ਹੈ। ਇੱਕ ਜਿਹੜੇ ਹੈਗੇ ਉਹ ਮਾਇਆ ਦੇ ਵਿੱਚ ਹੀ ਜਿਹੜੇ ਗਲਤਾਨ ਰਹਿੰਦੇ ਆ। ਇਹ ਵੀ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ, ਕਹਿੰਦੇ ਨਹੀਂ ਕਿਹਾ ਜਾ ਸਕਦਾ, ਕੋਈ ਦੱਸ ਨਹੀਂ ਸਕਦਾ ਪਾਏ ਕਿ ਕਿਸ ਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਪਾਸ ਆਊਟ ਕਰੇਗਾ। ਇਹ ਉਸ ਮਾਲਕ ਦੀ ਪਰਮਾਤਮਾ ਦੀ ਕਸੌਟੀ ਹੈਗੀ ਆ। ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ। ਕਹਿੰਦੇ ਹਾਂ, ਗੁਰੂ ਦੇ ਰਾਹੀਂ ਪਤਾ ਲੱਗਦਾ ਹੈ ਭਾਈ, ਹੋਰ ਕੋਈ ਤਰੀਕਾ ਨਹੀਂ ਹੈਗਾ। ਗੁਰੂ ਦੇ ਰਾਹੀਂ ਪਤਾ ਲੱਗਦਾ ਹੈ ਭਾਈ ਕਿ ਉਹ ਜਿਹਨੂੰ ਵੀ ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ, ਗੁਰੂ ਦੇ ਰਾਹੀਂ ਹੀ ਉਸ ਮਾਲਕ ਪਰਮਾਤਮਾ ਨੂੰ ਬੁੱਝਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ। ਔਰ ਉਹ ਵੀ ਉਹੀ ਜਾਣ ਸਕਦਾ ਹੈ ਜਿਹਨੂੰ ਆਪ ਮਾਲਕ ਜਣਾਉਂਦਾ ਹੈਗਾ, ਆਪ ਪ੍ਰਗਾਸ ਕਰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਇੱਥੇ ਉਹ ਕਹਿ ਰਹੇ ਨੇ ਕਈਆਂ ਨੂੰ ਕੱਢ ਲੈਂਦਾ ਤੇ ਕਈਆਂ ਨੂੰ ਫਸਾ ਕੇ ਰੱਖਦਾ। ਉਹ ਫਸਾ ਕੇ ਨਹੀਂ ਜੇ ਰੱਖਦਾ, ਕਹਿਣ ਤੋਂ ਭਾਵ ਹੈ ਕਿ ਹੁਣ ਬੰਦਾ ਖੁਦ ਨਹੀਂ ਨਿਕਲਣਾ ਚਾਹੁੰਦਾ ਤੇ ਉਹਨੂੰ ਕਿੱਥੋਂ ਕੱਢਿਆ ਜਾ ਸਕਦਾ। ਹੁਣ ਏਦਾਂ ਆਪ ਇੱਕ ਚੀਜ਼ ਨੂੰ ਸੋਚੋ, ਹੁਣ ਮੇਰੀ ਗੱਲ ਨੂੰ ਥੋੜਾ ਜਿਹਾ ਆਪ ਵਿਚਾਰ ਕਰੋ। ਇੱਕ ਖੂਹ ਦੇ ਵਿੱਚ ਬੰਦਾ ਡਿੱਗਿਆ, ਤੁਸੀਂ ਰੱਸਾ ਦੇ ਦਿਓ, ਤੁਸੀਂ ਪੌੜੀ ਲਮਕਾ ਦਿਓ, ਤੁਸੀਂ ਕ੍ਰੇਨ ਭੇਜ ਦਿਓ। ਹੁਣ ਉਹ ਕਹਿੰਦਾ ਮੈਂ ਫੜਨੀ ਨਹੀਂ ਰੱਸੀ, ਮੈਂ ਪੌੜੀ ਨਹੀਂ ਚੜ੍ਹਨੀ, ਤੇ ਉਹਨੂੰ ਤੁਸੀਂ ਕਿੱਦਾਂ ਖੂਹ ਚ ਕੱਢ ਸਕਦੇ? ਇਹਦਾ ਮਤਲਬ ਉਹਦੀ ਇੱਛਾ ਹੈਗੀ ਹੈ, ਤੇ ਜੇ ਸਭ ਤੁਹਾਡੀ ਇੱਛਾ ਦੇ ਬਰਖਲਾਫ ਥੋੜੀ ਕੁਝ ਚੱਲ ਸਕਦਾ ਕੰਮ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਸੇ ਹੀ ਤਰ੍ਹਾਂ ਉਹ ਫਿਰ ਨਹੀਂ ਨਿਕਲਦੇ, ਤੇ ਉਹ ਫਿਰ ਮਾਇਆ ਦੇ ਵਿੱਚ ਰਹਿਣਾ ਚਾਹੁੰਦੇ ਆ। ਤੇ ਫਿਰ ਕੁਦਰਤ ਕਹਿੰਦੀ ਵੀ ਤੇਰੀ ਇੱਛਾ ਵਾ, ਜੇ ਤੂੰ ਇੱਥੇ ਰਹਿਣਾ ਚਾਹੁੰਦਾ ਤੇ ਮੈਂ ਤੈਨੂੰ ਮਨਾ ਥੋੜੀ ਕਰ ਸਕਦਾ। ਠੀਕ ਹੈ ਜੀ। ਕਿਉਂਕਿ ਦੇਖੀਏ ਇਹ ਜੀਵਨ ਹੈ, ਇਸ ਜੀਵਨ ਦੇ ਵਿੱਚ ਮੁਕਤ ਹੋ ਤੇ ਹੋਣਾ ਹੀ ਹੋਣਾ, ਇੱਕ ਅਲੱਗ ਚੀਜ਼ ਆ। ਪਰਮ ਸੁੱਖ ਨੂੰ ਅਨੁਭਵ ਕਰਨਾ ਬੜਾ ਜ਼ਰੂਰੀ। ਜੇਕਰ ਆਪਾਂ ਸੋਚੀਏ ਨਾ ਸੰਸਾਰ ਦੇ ਪਦਾਰਥਾਂ 'ਚ ਸੁੱਖ ਆ, ਰਿਸ਼ਤਿਆਂ ਦੇ ਵਿੱਚ ਸੁੱਖ ਆ, ਤੁਸੀਂ ਕਿਸੇ ਵੀ ਸਾਈਡ ਤੇ ਜਾ ਕੇ ਦੇਖ ਲਓ, ਤੁਸੀਂ ਸੁਖੀ ਨਹੀਂ ਹੋ ਸਕਦੇ। ਹਰ ਕਾ ਨਾਮ ਜਪਤ ਹੋ ਸੁਖੀਆ। ਜਿੰਨਾ ਚਿਰ ਤੱਕ ਤੁਸੀਂ ਹਰ ਦਾ ਨਾਮ ਨਾ ਜਪਦੇ ਨੇ, ਸਭ ਸੁਖੀ ਨਹੀਂ ਹੋ ਸਕਦੇ ਆਪਾਂ। ਬਿਲਕੁਲ। ਕਿਉਂਕਿ ਮਨ ਦੇ ਅੰਦਰ ਜਿਹੜਾ ਮੈਲ ਹੈ ਨਾ, ਮਲੀਨਤਾ, ਉਹ ਹੈ ਕਾਰਨ ਸਾਡੇ ਦੁਖੀ ਹੋਣ ਦਾ। ਕਿਉਂਕਿ ਮਨ ਮੈਲੇ ਤੇ ਸਭ ਕੁਛ ਮੈਲਾ। ਮਨ ਮੈਲਾ ਨਾ ਤੇ ਤੁਹਾਨੂੰ ਚੰਗੀ ਚੀਜ਼ ਵੀ ਬੁਰੀ ਦਿਖਾਈ ਦੇਣੀ ਹੈ। ਔਰ ਜਦੋਂ ਮਨ ਸ਼ੁੱਧ ਹੋ ਜਾਂਦਾ ਹੈ ਤੇ ਫਿਰ ਤੁਸੀਂ ਇਕੱਲੀ ਚੰਗਿਆਈ ਦੇਖਣੀ ਹੈ, ਤੁਹਾਨੂੰ ਬੁਰਾਈ ਦਿਖਾਈ ਨਹੀਂ ਦੇਣੀ। ਕਿਉਂਕਿ ਬੁਰਾਈ ਨੂੰ ਦੇਖਣ ਵਾਲਾ ਜਿਹੜਾ ਲੈਂਜ ਹੈ ਉਹ ਕੱਢ ਦਿੰਦੀ ਹੈ ਕੁਦਰਤ ਭਗਤੀ ਦੇ ਨਾਲ। ਜਦੋਂ ਭਗਤੀ ਕੀਤੀ ਹੈ, ਤੁਹਾਡੇ ਅੰਦਰ ਜਿਹੜੀ ਬੁਰਾਈ ਹੈ ਨਾ, ਜਿਹੜੀ ਬੁਰਾਈ ਨੂੰ ਬੁਰੀ ਚੀਜ਼ ਨੂੰ ਦੇਖਦੀ ਆ, ਉਹ ਸ਼ਕਤੀ ਖਤਮ ਹੋ ਜਾਂਦੀ ਹੈ, ਫਿਰ ਚੰਗਿਆਈ ਰਹਿ ਜਾਂਦੀ ਨਜ਼ਰ ਸਭ। ਹਾਂਜੀ ਨਜ਼ਰ ਅੱਗੇ ਹੁਣ ਪੌੜੀ ਆ ਗਈ। ਪਹਿਲੀ ਪੌੜੀ ਸੀਗੀ ਵੀ ਮਾਲਕ ਨੇ ਜਿਹੜਾ ਸਾਰੀ ਸ੍ਰਿਸ਼ਟੀ ਬਣਾਈ, ਇਨਸਾਨ ਦੇ ਰਹਿਣ ਦੇ ਵਾਸਤੇ ਬਣਾਇਆ, ਇਨਸਾਨ ਨੂੰ ਸਰੀਰ ਦਿੱਤਾ, ਆਪ ਜਿਹੜਾ ਹੈਗਾ ਆਪਣੇ ਤੋਂ ਉਹਨੇ ਆਤਮਾ ਜਿਹੜੀ ਹੈ ਉਹਦੇ ਵਿੱਚ ਪਾਈ, ਇਨਸਾਨ ਦੇ ਆਹ ਖੇਡ ਚਲਾਈ। ਹੁਣ ਉਸ ਤੋਂ ਅੱਗੇ ਨੈਕਸਟ ਕੀ ਕੀਤਾ ਉਹਨੇ? ਪੌੜੀ ਨਾਨਕ ਜੀ ਉਪਾਇ ਕਹਿ ਲਿਖ ਨਾਮੈ ਧਰਮ ਬਹਾਲਿਆ। ਕਹਿੰਦੇ ਉਹ ਆਤਮਾ ਸੀਗੀ, ਸਰੀਰ ਦੇ ਨਾਲ ਮਿਲ ਕੇ ਜੀਵ ਬਣ ਗਈ। ਹੁਣ ਜੀਵ ਆਤਮਾ ਹੋ ਗਈ। ਉਹਨੂੰ ਦੁੱਖ ਸੁੱਖ ਸਾਰਾ ਮਹਿਸੂਸ ਹੋਣ ਲੱਗ ਪਿਆ। ਹੁਣ ਨਾਨਕ ਜੀ ਉਪਾਇ ਕਹਿ ਲਿਖ ਨਾਮੈ ਧਰਮ ਬਹਾਲਿਆ। ਉਹਨੇ ਮਾਲਕ ਨੇ ਉਹਦਾ ਜਿਹੜਾ ਹੈਗਾ ਕਰਮਾਂ ਦਾ ਲੇਖਾ ਜੋਖਾ, ਲਿਖ ਨਾਮੇ ਦਾ ਮਤਲਬ ਉਹਦਾ ਨਾਮ ਪਾਰਟੀਕੂਲਰ ਬਈ ਦੇ ਵਿੱਚ, ਤੇ ਧਰਮਰਾਜ ਨੂੰ ਬਿਠਾਤਾ ਭਾਈ। ਸਾਰੇ ਜਿੰਨੇ ਜੀ ਪੈਦਾ ਕਰ ਰਹੇ ਆ ਸਾਰਿਆਂ ਦਾ ਤੇਰੀ ਬਈ ਦੇ, ਤੇਰੇ ਖਾਤੇ ਦੇ ਵਿੱਚ ਆ, ਤੇਰੀ ਇੱਕ ਧਰਤੀ ਦੇ ਵਿੱਚ ਸਾਰੇ ਜਿੰਨੇ ਵੀ ਹੈਗੇ ਉਹ ਤੇਰੇ ਕੋਲ ਕੰਟਰੋਲ ਆ। ਤੇਰੇ ਖਾਤੇ ਦੇ ਵਿੱਚ ਸਾਰਿਆਂ ਦੇ ਨਾਮ ਹੈਗੇ ਭਾਈ। ਸਾਰਿਆਂ ਦਾ ਜਿਹੜਾ ਹੈਗਾ ਬਈ ਖਾਤਾ ਤੂੰ ਦੇਖਣਾ ਹੈ, ਔਰ ਇਹਨਾਂ ਨੂੰ ਜਿਵੇਂ ਜਿਵੇਂ ਇਹਨਾਂ ਦਾ ਕਰਮ ਹੈਗੇ ਉਸ ਤਰੀਕੇ ਦੇ ਨਾਲ ਤੂੰ ਇਹਨਾਂ ਨੂੰ ਤੋਰਨਾ ਹੈਗਾ। ਨਾਨਕ ਜੀ ਉਪਾਇ ਕਹਿ ਲਿਖ ਨਾਮੈ ਧਰਮ ਬਹਾਲਿਆ। ਕਹਿੰਦੇ ਬਿਠਾ ਦਿੱਤਾ ਧਰਮਰਾਜ ਬਿਠਾ ਦਿੱਤਾ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ।
ਕਹਿੰਦੇ ਸੱਚੇ ਹੈਗੇ, ਸੱਚ ਦੇ ਦੁਆਰਾ ਜਿਹੜੇ ਸੱਚੇ ਹੋ ਗਏ ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ, ਤੇ ਬਾਕੀਆਂ ਦਾ ਚੁਣਵੱਖ ਕੱਢੇ ਜਜਮਾਲਿਆ। ਜਿਹੜੇ ਜਜਮਾਲੇ ਹੁੰਦੇ ਆ ਮਾੜੇ ਕਰਮ ਕਰਦੇ ਆ, ਜਿਨ੍ਹਾਂ ਦੇ ਕਾਰਨਸ਼ੀਲ ਹੁੰਦਾ ਹੈ, ਜਿਨ੍ਹਾਂ ਦੀ ਇੱਛਾਵਾਂ ਹੁੰਦੀਆਂ, ਕਹਿੰਦੇ ਉਹਨਾਂ ਦਾ ਰਸਤਾ ਜਿਹੜਾ ਹੈਗਾ ਵੱਖ ਹੈਗਾ ਭਾਈ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜ ਕੇ ਚਾਲਿਆ। ਕਹਿੰਦੇ ਕੂੜਿਆਰ ਜਿਹੜੇ ਝੂਠੇ ਹੁੰਦੇ ਆ, ਜਿਹੜੇ ਪਾਪ ਕਰਮ ਜਾਂ ਜਿਨ੍ਹਾਂ ਨੇ ਜਿਹੜਾ ਹੈਗਾ ਮਾਇਆ ਦੇ ਵਿੱਚ ਗਤੀ ਕੀਤੀ ਆ, ਜਿਨ੍ਹਾਂ ਦੇ ਸੰਸਕਾਰ ਹੈਗੇ ਆ, ਜਿਨ੍ਹਾਂ ਦਾ ਕਾਰਨਸ਼ੀਲ ਹੈਗਾ, ਕਹਿੰਦੇ ਉਹਨਾਂ ਨੂੰ ਮਾਲਕ ਦੀ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਹੈਗੀ। ਉਹ ਕਿੱਥੇ ਜਗ੍ਹਾ ਹੈ ਉਹਨਾਂ ਦੀ? ਕਹਿੰਦੇ ਉਹਨਾਂ ਦੇ ਕਾਲਕ ਲੱਗੀ ਆ, ਕਾਰਨਸ਼ੀਲ ਹੈਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਇੱਛਾਵਾਂ ਦੇ ਨਾਲ ਲਿਬੜੇ ਹੋਏ ਆ, ਤੇ ਮੂੰਹ ਕਾਲੇ ਦੋਜ ਕੇ ਚਾਲਿਆ। ਕਹਿੰਦੇ ਉਹ ਦੋਜ਼ਕ ਇਹ ਜੂਨਾਂ ਦੇ ਵਿੱਚ ਉਹਨਾਂ ਦੇ ਗਤੀ ਹੁੰਦੀ ਹੈ, ਚੱਲ ਪੈਂਦੇ ਆ ਭਾਈ। ਤੇ ਦੂਸਰੇ ਤੇਰੇ ਨਾਏ ਰਤੈ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਇਹ ਗੇਮ ਦਿੱਤੀ ਸੀ ਮਨੁੱਖਾ ਸਰੀਰ ਦਿੱਤਾ ਸੀਗਾ, ਇਹ ਨਿਕਲਣ ਦੇ ਵਾਸਤੇ ਦਿੱਤਾ ਸੀਗਾ, ਪਰਮਾਤਮਾ ਨੂੰ ਮਿਲਣ ਦੇ ਵਾਸਤੇ ਦਿੱਤਾ ਸੀਗਾ। ਜਿਹੜੇ ਨਾਮ ਦੇ ਨਾਲ ਰੱਤੇ ਗਏ ਉਹ ਜਿੱਤ ਗਏ ਇਸ ਗੇਮ ਨੂੰ, ਜੋ ਗੇਮ ਮਾਲਕ ਨੇ ਪਾਈ ਆ, ਤੇ ਬਾਕੀ ਹਾਰ ਗਏ ਜਿਹੜੇ ਸਵਾਦਾਂ ਦੇ ਵਿੱਚ ਪੈ ਗਏ, ਠੱਗੇ ਗਏ, ਉਹ ਹਾਰ ਗਏ ਭਾਈ। ਹਾਰ ਗਏ ਸੇ ਠੱਗਣ ਵਾਲੇ, ਠੱਗ ਲਿਆ ਮਾਲਕ ਪਰਮਾਤਮਾ ਨੇ, ਠੱਗੇ ਗਏ। ਲਿਖ ਨਾਮ ਹੈ ਧਰਮ ਬਹਾਲਿਆ, ਧਰਮਰਾਜ ਬਿਠਾਇਆ ਹੋਇਆ ਹੈ ਭਾਈ। ਉਹਦੇ ਕੋਲ ਸਾਰਿਆਂ ਦਾ ਡਾਟਾ, ਸਾਰਿਆਂ ਦੇ ਨਾਮ ਸਾਰੇ ਹੈਗੇ, ਔਰ ਉਹਦੇ ਕੈਮਰੇ ਦੇ ਵਿੱਚ ਹੈਗੇ ਸਾਰੇ ਦੇ ਸਾਰੇ। ਹਾਂਜੀ ਗੁਰਕੀ ਸਾਹਿਬ। ਹੁਣ ਸਾਧ ਸੰਗਤ ਜੀ ਦੇਖੋ ਕਹਿ ਰਹੇ ਨੇ ਕਿ ਜਿਹੜਾ ਧਰਮਰਾਜ ਰੂਪੀ ਸ਼ਕਤੀ ਆ ਉਹ ਬਿਠਾਇਆ ਹੈ। ਪਹਿਲਾਂ ਉਹ ਪਾਇਆ ਹੈ, ਜੀਵ ਪੈਦਾ ਕੀਤੀ ਗਈ, ਫਿਰ ਜੀਵ ਪੈਦਾ ਕੀਤੇ, ਪ੍ਰਕਿਰਤੀ ਬਣਾਈ ਗਈ, ਤੇ ਫਿਰ ਧਰਮ ਬਣਾਇਆ। ਤਿੰਨ ਤੱਤ ਨਹੀਂ ਹੈਗੇ, ਇਲੈਕਟ੍ਰੋਨ, ਪ੍ਰੋਟੋਨ ਤੇ ਨਿਊਟਰੋਨ। ਪਰ ਜਦੋਂ ਕੋਈ ਬੈਲੈਂਸ ਦੇ ਵਿੱਚ ਨਹੀਂ ਚੱਲਦਾ ਤੇ ਫਿਰ ਪ੍ਰਕਿਰਤੀ ਜਿਹੜੀ ਆ ਉਹਨੂੰ ਆਪਣੇ ਅਨੁਸ਼ਾਸਨ 'ਚ ਲੈ ਆਉਂਦੀ ਆ। ਜਿਹੋ ਜਿਹੇ ਕਰਮ ਕਰਦਾ ਹੈ ਉਸੇ ਹੀ ਤਰ੍ਹਾਂ ਦੇ ਇਹਨੂੰ ਫਲ ਦੇ ਦਿੰਦੀ। ਪਾਣੀ ਦੀ ਉਹ ਕਹਿੰਦੀ ਹੈ ਆਪਾਂ ਜੀਵਨ ਨੂੰ ਉਸ ਤਰੀਕੇ ਨਾਲ ਬਤੀਤ ਕਰੀਏ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਬਲਮ ਨਾ ਆਵੇ, ਕਿਉਂਕਿ ਧਰਮਰਾਜ ਦੇ ਵਿੱਚ ਉੱਥੇ ਮਾਫੀ ਨਹੀਂ ਹੈਗੀ। ਜੋ ਵੀ ਹੋਣਾ ਹੈ ਉਹ ਧਰਮਰਾਜ ਦੇ ਅਨੁਸਾਰ ਹੀ ਹੋਣਾ ਹੈ, ਤੇ ਉਹਦੀ ਜਿਹੜੀ ਤੱਕੜੀ ਉਹ ਕਹਿੰਦੇ ਸੱਚ ਨੂੰ ਜੋਖਦੀ। ਜੋ ਤੁਸੀਂ ਲੈ ਕੇ ਬਿਲਕੁਲ ਜੋ ਆਪਾਂ ਲੈ ਕੇ ਜਾਵਾਂਗੇ ਉਹੀ ਦੀ ਉਹੀ ਜਿਹੜੀ ਹੈ ਉਹਦਾ ਹੀ ਫਲ ਮਿਲਣਾ ਹੈ ਆਪਾਂ ਨੂੰ। ਹਾਂ, ਇਹ ਚੀਜ਼ ਥੋੜੀ ਬਦਲ ਜਾਣੀ। ਜੇ ਧਰਤੀ 'ਚ ਜਿਹੜੀ ਚੀਜ਼ ਵੇਚਦੇ ਆ ਉਹੀ ਉਗਰੀ ਹੈ, ਤੇ ਆਪਾਂ ਏਦਾਂ ਸੋਚੀਏ ਕਿ ਧਰਮਰਾਜ ਆਪਣੇ ਕੋਲੋਂ ਹੀ ਸਾਨੂੰ ਸਾਡੇ ਮਾੜੇ ਕਰਮਾਂ ਦਾ ਜਿਹੜਾ ਫਲ ਹੈ ਚੰਗੇ ਰੂਪ 'ਚ ਦੇ ਦੂਗਾ, ਤੇ ਇਹ ਪੋਸੀਬਲ ਨਹੀਂ ਹੈਗਾ ਨਾ। ਤੇ ਅੱਜ ਦੀ ਵਿਚਾਰਨੀ ਚਰਚਾ ਵੀ ਇੱਥੇ ਹੀ ਹੈ ਨਾ। ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਆਸਾ ਦੀ ਵਾਰ ਗੋਰਖੀ ਸਾਹਿਬ, ਇਹ ਬਹੁਤ ਬਹੁਤ ਜਿਹੜੀ ਹੈ ਨਾ ਇਹ ਐਵੇਂ ਨਹੀਂ ਇਹਨੂੰ ਜਿਹੜਾ ਹੈਗਾ ਹਰੇ ਗੁਰਦੁਆਰੇ ਦੇ ਵਿੱਚ ਰੋਜ਼ ਲਾਉਂਦੇ ਆ। ਇਹ ਕੋਈ ਨਾ ਇਹਦੇ ਵਿੱਚ ਬਹੁਤ ਕੁਛ ਹੈਗਾ। ਹਾਂ, ਆਸਾ ਦਾ ਮਤਲਬ ਇਹੋ ਹੀ ਹੈ ਕਿ ਉਹ ਕਹਿੰਦੇ ਨੇ ਕਿ ਪ੍ਰਕਿਰਤੀ ਜਿਹੜੀ ਹੈ ਇਹਨੂੰ ਪ੍ਰਮਾਤਮਾ ਨੇ ਆਪ ਸਾਜਿਆ। ਸਾਜ ਕੇ ਵਿੱਚ ਫਿਰ ਤੇਰੇ ਜਿਹੜੇ ਕਰਮ ਨੇ ਉਹਨਾਂ ਨੂੰ ਮੋਨੀਟਰ ਕਰਨ ਦੇ ਲਈ ਇੱਕ ਧਰਮ ਰੂਪੀ, ਇੱਕ ਧਰਮਰਾਜ ਰੂਪੀ ਇੱਕ ਸਤਾ ਬਣਾਈ ਹੈ। ਬਿਲਕੁਲ ਬਣਾਈ ਹੈ। ਉਹ ਜਿਹੜੀ ਚੰਗਿਆਈਆਂ ਤੇ ਬੁਰਾਈਆਂ ਨੂੰ ਵਾਚਦੀ ਹੈ। ਜਿਹੜੀ ਵਾਚਣ ਤੋਂ ਬਾਅਦ ਫਿਰ ਉਹ ਆਪਣਾ ਜੋ ਫੈਸਲਾ ਦਿੰਦੀ ਹੈ। ਬਿਲਕੁਲ। ਵੈਸੇ ਤੇ ਆਪਾਂ ਨੂੰ ਦੇਖਣ ਨੂੰ ਤੇ ਬੜਾ ਕੁਝ ਲੱਗਦਾ ਕਿ ਏਦਾਂ ਨਹੀਂ ਤੇ ਏਦਾਂ ਹੋਣਾ ਚਾਹੀਦਾ। ਉਹਦੇ ਪਿੱਛੇ ਬੜੀ ਲੰਬੀ ਹਿਸਟਰੀ ਹੁੰਦੀ ਹੈ ਜਿਹੜੀ ਸਾਨੂੰ ਦਿਖਾਈ ਨਹੀਂ ਦਿੰਦੀ। ਇਸ ਕਰਕੇ ਅਸੀਂ ਤਾਂ ਸਾਹਮਣੇ ਜੋ ਸਾਹਮਣੇ ਹੈਗਾ ਅਸੀਂ ਤੇ ਉਹਨੂੰ ਦੇਖ ਸਕਦੇ ਹਾਂ, ਕਿਉਂਕਿ ਸਾਡੀਆਂ ਇੰਦਰੀਆਂ ਦੀ ਪਹੁੰਚ ਹੈਗੀ ਸਾਹਮਣੇ ਪਦਾਰਥ। ਬਿਲਕੁਲ। ਪਰ ਅਸੀਂ ਸੂਖਮ ਤੌਰ ਤੇ ਨਹੀਂ ਆਪਾਂ ਜਾਣ ਸਕਦੇ ਨੇ ਜੋ ਸਭ ਅੰਦਰ ਉਹਦੀ ਗੇਮ ਕੀ ਹੈ। ਆਪਾਂ ਤਾਂ ਦੇਖਦੇ ਹਾਂ ਗੁਰਕੀ ਸਾਹਿਬ ਕਹਿੰਦੇ ਆ ਤਾਂ ਰਿਸ਼ਵਤ ਲੈ ਰਿਹਾ ਹੈ, ਆ ਤਾਂ ਜਿਹੜਾ ਦੇਖੋ ਦੂਜਿਆਂ ਨੂੰ ਧੋਖਾ ਦੇ ਰਿਹਾ ਹੈ। ਬੜਾ ਜਿਹੜਾ ਇਹਦੇ ਬੱਚੇ ਵੀ ਦੇਖੋ ਕਿੰਨੇ ਮੁੰਡੇ ਸਾਰੇ ਖੁਸ਼ਹਾਲ ਹੈਗੇ ਆ, ਮੇਰੇ ਤਾਂ ਕੁੜੀਆਂ ਹੀ ਕੁੜੀਆਂ ਹੈਗੀਆਂ। ਇਹ ਦੇ ਸਾਰਾ ਜਿਹੜਾ ਗੱਡੀਆਂ ਤੇ ਘੁੰਮਦਾ, ਕਿੰਨਾ ਮਕਾਨ ਹੈਗਾ। ਇਹ ਨਹੀਂ ਪਤਾ ਬਈ
ਇਹ ਜਿਹੜਾ ਹੈਗਾ ਪੁਰਾਣਾ ਜਿਹੜਾ ਹੈਗੇ ਇਹਦੇ ਬੀਜਿਆ ਹੋਇਆ ਜਿਹੜਾ ਇਹ ਫਸਲ ਖਾ ਰਿਹਾ ਆ। ਇੱਕ ਖਾਏ ਚਲੇ ਆ ਥਾਉ ਤਾਂ ਤਿਨਾ ਵੀ ਕਾਈ ਕਾਰ, ਇਹ ਆਸਾ ਦੀ ਵਾਰ ਦੇ ਵਿੱਚ ਹੀ ਆਉਂਦਾ। ਕਹਿੰਦੇ ਜਿਹੜਾ ਆਪਣਾ ਪਿਛਲਾ ਬੀਜਿਆ ਹੋਇਆ ਜਿਹੜਾ ਹੈਗਾ ਕਮਾਈ ਖਾ ਕੇ ਤੇ ਬਸ ਜਾ ਰਿਹਾ ਹੈ ਇੱਥੋਂ, ਉਹ ਕੋਈ ਕਾਰ ਕਰ ਰਿਹਾ ਹੈ ਭਾਈ, ਉਹਨੇ ਗਾਹਾਂ ਕੀ ਕਰਨਾ, ਅੱਗੇ ਕੀ ਹੋਣਾ ਉਹਦੇ ਨਾਲ, ਉਹ ਤੈਨੂੰ ਥੋੜੀ ਨਾ ਪਤਾ ਹੈ। ਨਿੱਜਰ ਸਾਹਿਬ ਇੱਥੇ ਤੁਹਾਡੇ ਕੋਲ 10-20 ਕਿੱਲੇ ਪੈਲੀ ਹੋਵੇ ਤੇ ਤੁਸੀਂ ਵੇਚ ਕੇ ਤੇ ਐਸ਼ਾਂ ਕਰੋ ਤੇ ਉਸ ਵੇਖਣ ਵਾਲੇ ਤੋਂ ਦਿਖਦਾ ਹੈ ਕਿ ਬੜੀ ਵਧੀਆ ਐਸ਼ ਕਰ ਰਿਹਾ, ਪਰ ਅਸਲੀ ਚ ਤੁਸੀਂ ਐਸ਼ ਥੋੜੀ ਕਰ ਰਹੇ ਜੋ। ਬਿਲਕੁਲ ਉੱਥੇ ਘਾਟੇ ਦਾ ਸੌਦਾ ਹੈਗਾ। ਘਾਟੇ ਦਾ ਸੌਦਾ, ਬਿਲਕੁਲ ਸਹੀ ਗੱਲ। ਇਸੇ ਤਰ੍ਹਾਂ ਇਹ ਲੋਕ ਜਿਹੜੇ ਨੇ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਨੁਕਸਾਨ ਕਰ ਰਹੇ ਨੇ ਬਹੁਤ ਜ਼ਿਆਦਾ ਵੱਡੇ ਲੈਵਲ ਦਾ। ਬਸ ਤੇ ਸੰਸਾਰੀ ਕਹਿੰਦਾ ਕਿ ਨਹੀਂ ਇਹ ਬੜੇ ਐਸ਼ ਕਰ ਰਹੇ ਨੇ, ਪਰ ਉਹ ਕਹਿੰਦੇ ਨਹੀਂ ਇਹ ਕਾਫੀ ਮਹਿੰਗੀ ਚੀਜ਼ ਦੇ ਰਿਹਾ, ਤੁਹਾਨੂੰ ਨਹੀਂ ਪਤਾ, ਸਵਾਹ ਖਰੀਦ ਰਿਹਾ। ਪਹਿਲਾਂ ਤਾਂ ਗੋਰਖੀ ਸਾਹਿਬ ਆਪਣਾ ਇਹਨੇ ਆਪਣੀ ਜਿਹੜੀ ਹੈਗੀ ਮਨੁੱਖਾ ਜੂਨ ਜਿਹੜੀ ਮਿਲੀ ਆ ਉਹੀ ਦੇ ਦਿੱਤੀ, ਬਾਕੀ ਤਾਂ ਛੱਡੋ ਗੱਲਾਂ। ਨਿੱਜਰ ਸਾਹਿਬ ਉਹ ਤੇ ਗੱਲ ਹੈ। ਹਾਂਜੀ ਹਾਂ ਚਲੋ ਕੋਈ ਗੱਲ ਨਹੀਂ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਨਿੱਜਰ ਸਾਹਿਬ। ਹਾਂਜੀ ਬਿਲਕੁਲ ਗੋਰਖੀ ਸਾਹਿਬ, ਅੱਜ ਦੀ ਵਿਚਾਰੇ ਨਿੱਜਰ ਸਾਹਿਬ ਇੱਥੇ ਸਮਾਪਤ ਹੁੰਦੀ ਹੈ। ਹਾਂਜੀ ਵੀਰ ਜੀ ਬਹੁਤ ਵਧੀਆ ਗੋਰਖੀ ਸਾਹਿਬ, ਤੁਸੀਂ ਜਿਹੜਾ ਨਾ ਕਾਫੀ ਜਿਹੜਾ ਦੇਖੋ ਇੰਨੇ ਵਿਅਸਤ ਹੋ ਕੇ ਵੀ ਸਮਾਂ ਕੱਢ ਰਹੇ ਹੋ, ਤੁਹਾਡਾ ਦਿਨ ਨਹੀਂ ਦੇ ਸਕਦੇ ਅਸੀਂ। ਨਹੀਂ ਅਸੀਂ ਤੇ ਬਸ ਏਦਾਂ ਹੀ ਕਿ ਜਿੱਦਾਂ ਹੁਕਮ ਹੈ ਜੀ ਉਹਦਾ। ਅਸੀਂ ਤੇ ਇਹ ਕਹਿ ਰਹੇ ਹਾਂ ਕਿ ਚਲੋ ਘਰੇ ਹੁੰਦਾ ਤੇ ਥੋੜਾ ਜਿਹਾ ਮੈਨੂੰ 1 ਘੰਟਾ ਮਿਲਦਾ ਤੇ ਇੱਥੇ ਤੇ ਚਲੋ ਜੋ ਉਹ ਨੈਟ ਵੀ ਹੈਗਾ ਤੇ ਚਲੋ ਸੰਯੋਗ ਬਣਿਆ। ਸਾਧ ਸੰਗਤ ਜੀ ਇੱਥੇ ਜਿਹੜੀ ਆਪਾਂ ਜੋ ਰਿਜ਼ਲਟ ਕੱਢਦੇ ਆ, ਦੇਖੋ ਧਰਮ ਰਾਜ ਉਹ ਹੈਗਾ, ਉਹ ਸਾਡੇ ਅੰਦਰ ਹੈਗਾ। ਤੁਹਾਡੇ ਅੰਦਰ ਜਿਹੜਾ ਚਿੱਤ ਹੈ ਨਾ, ਚਿੱਤਰ ਗੁਪਤ ਨੂੰ ਕਹਿੰਦੇ ਨੇ, ਇਹੋ ਧਰਮ ਰਾਜ ਕੋ ਜਾਂਦਾ ਹੈ। ਚਿੱਤ ਤੁਹਾਡਾ ਨਾਲ ਚੱਲ ਜਾਂਦਾ ਹੈ ਤੁਹਾਡੇ ਘਰ ਸੂਖਮ ਸਰੀਰ ਦੇ ਨਾਲ, ਤੇ ਬਾਣੀ ਕਹਿੰਦੀ ਕਿ ਤੂੰ ਉਸ ਚਿੱਤਰ ਗੁਪਤ ਦੇ ਅੰਦਰ ਕੁਝ ਗਲਤ ਚੀਜ਼ ਨਾ ਲਿਖ ਲਈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਤੇਰੇ ਹਰ ਇੱਕ ਤੁਸੀਂ ਵੇਖਦੇ ਨਹੀਂ, ਜੋ ਤੁਹਾਡੇ ਜਿਹੜੇ ਵੀ ਕਰਮ ਨੇ ਉਹ ਵਿਚਾਰਾਂ ਦੇ ਰੂਪ ਚ ਤੁਹਾਡੇ ਅੰਦਰ ਰਹਿੰਦੇ ਨੇ, ਉਹ ਗੁਪਤ ਚਿੱਤਰ ਬਣ ਜਾਂਦੇ ਨੇ ਤੁਹਾਡੇ ਅੰਦਰ। ਬਿਲਕੁਲ ਗੋਰਖੀ ਸਾਹਿਬ, ਜਿਹੜਾ ਆਪਣੇ ਅੰਦਰ ਹਾਰਡ ਡਰਾਈਵ ਹੈ ਨਾ ਗੋਰਖੀ ਸਾਹਿਬ, ਜਿਹੜਾ ਛੋਟਾ ਜਿਹਾ 1.5 ਇੰਚ ਦਾ ਪੁਰਜਾ ਹੈਗਾ ਜਿਹੜਾ ਲੱਗਿਆ ਦਿਮਾਗ ਦੇ ਵਿੱਚ, ਇਹਦੀ ਇੰਨੀ ਜ਼ਿਆਦਾ ਕੈਪੈਸਿਟੀ ਹੈਗੀ ਆ ਕਿ ਇਹਦੀ ਜਿਹੜੀ ਵੀਡੀਓ, ਜੇ ਇੱਕ ਵੀਡੀਓ ਚਲਾਓ ਤੇ 300 ਸਾਲ ਤੱਕ ਵੀਡੀਓ ਚਲਾਉਂਦੇ ਰਹੋ ਤਾਂ ਵੀ ਇਹਦਾ ਡਾਟਾ ਖਤਮ ਨਹੀਂ ਹੁੰਦਾ, ਇੰਨਾ ਕੁ ਡਾਟਾ ਹੈਗਾ ਇਹਦਾ 1.5 ਇੰਚ ਦੇ ਵਿੱਚ। ਹਾਂ ਨਿੱਜਰ ਸਾਹਿਬ ਵੇਖੋ, ਇੱਕ ਮੈਂ ਹੈਰਾਨ ਹੁੰਦਾ ਕਈ ਵਾਰੀ ਪ੍ਰਕਿਰਤੀ ਦੀ ਜਿਹੜੀ ਰਚਨਾ ਵੇਖ ਕੇ। ਅਸੀਂ ਭਾਵੇਂ ਕਿੰਨਾ ਵੀ ਸਫ਼ਰ ਕੀਤਾ ਹੈ, ਕੇਵਲ ਸਾਡੇ ਦਿਮਾਗ 'ਚ ਉਹ ਡਾਟਾ ਹੀ ਸਟੋਰ ਕੀਤਾ ਗਿਆ ਹੈ ਜਿਹੜਾ ਸਾਨੂੰ ਜ਼ਰੂਰੀ ਹੈ। ਜਿਹੜਾ ਡਾਟਾ ਹੈ ਉਹ ਬਹੁਤ ਲਾਈਟ ਮੈਮਰੀ 'ਚ ਰੱਖਿਆ ਨਿੱਜਰ ਸਾਹਿਬ, ਡੀਪ ਮੈਮਰੀ 'ਚ ਨਹੀਂ ਜਾਂਦਾ ਉਹ। ਬਿਲਕੁਲ ਸਹੀ ਹੈ, ਡੀਪ ਮੈਮਰੀ 'ਚ ਉਹੀ ਜਾਂਦਾ ਜਿਹਦੇ ਉੱਤੇ ਆਪਾਂ ਗੌਰ ਕਰਦੇ ਹਾਂ, ਜਿਸ ਚੀਜ਼ ਤੇ। ਹਾਂ ਇਹਦਾ ਮਤਲਬ ਕੋਈ ਜਿਹਨੇ ਡਿਜ਼ਾਈਨ ਕੀਤਾ ਹੈ ਉਹਨੇ ਕੀਤਾ ਹੀ ਐਸਾ ਨਾ ਡਿਜ਼ਾਈਨ ਆ ਕਿ ਕੇਵਲ ਉਹੀ ਚੀਜ਼ ਅੰਦਰ ਜਾਵੇ ਜਿਹੜੀ ਲੋੜ ਹੈ। ਫਾਲਤੂ ਦੀ ਚੀਜ਼ ਹੈ ਉਹ ਰਾਤ ਹੀ ਡਿਲੀਟ ਹੋ ਜਾਏ, ਲੌਂਗ ਟਾਈਮ ਮੈਮਰੀ 'ਚ ਨਾ ਜਾਵੇ। ਬਿਲਕੁਲ ਸਹੀ ਗੱਲ ਹੈ ਜੀ। ਹਾਂ ਚਲੋ ਇਹਦਾ ਮਤਲਬ ਇਹ ਹੈ ਕਿ ਕਿਸੇ ਨੇ ਵੀ ਬਣਾਇਆ ਹੈ ਸਾਡੇ ਅੰਦਰ ਪੁਰਜਾ, ਤੇ ਉਹ ਬੜੀ ਸਫਾਈ ਨਾਲ ਬਣਾਇਆ। ਅੱਜ ਦੇ ਵਿਚਾਰ ਇੱਥੇ ਸਾਧ ਸੰਗਤ ਜੀ ਸਮਾਪਤ ਕਰਦੇ। ਬਿਲਕੁਲ ਗੋਰਖੀ ਸਾਹਿਬ ਜੀ ਤਾਂ ਕਰਦਾ ਐਸੇ ਡਿਜ਼ਾਈਨਰ ਨੂੰ ਦੇਖਣ ਦਾ। ਹਾਂ ਉਹਨੂੰ ਲੱਭਦੇ ਤੇ ਫਿਰਦੇ ਆਪਾਂ, ਉਹਨੂੰ ਲੱਭਣਾ ਹੀ ਉਹਦੀ ਭਗਤੀ ਹੈ। ਸਾਧ ਸੰਗਤ ਜੀ ਪਹੁੰਚਣਾ ਤੇ ਬੜੀ ਦੂਰ ਦੀ ਗੱਲ ਹੈ ਨਾ, ਤੁਸੀਂ ਉਹਨੂੰ ਲੱਭਣਾ ਸ਼ੁਰੂ ਕਰਤਾ ਨਾ, ਬਸ ਬਹੁਤ ਵੱਡੇ ਭਾਗ ਆ ਜਿਹੜਾ ਉਹਨੂੰ ਲੱਭਦਾ ਹੈ ਭਾਈ, ਜਿਹੜਾ ਉਹਨੂੰ ਲੱਭਦਾ। ਹਾਂ ਕੋਈ ਵਿਰਲਾ ਹੀ ਲੱਭਦਾ, ਸਾਰੇ ਨਹੀਂ ਲੱਭਦੇ। ਠੀਕ ਹੈ ਜੀ, ਓਕੇ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਦਾਨ ਬੱਚੇ ਸਮਝ ਕੇ ਮਾਫ ਕਰੋ। ਕਿਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਮਿਹਰ ਕਰੋ, ਸਾਨੂੰ ਸਮੱਤ ਬਖਸ਼ੋ, ਤੰਦਰੁਸਤੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।